ਇਹਨਾਂ ਦਿਨਾਂ ਦੇ ਵਿੱਚ ਜਦੋਂ ਕੋਵਿਡ ਦੀ ਆਪਾਂ ਗੱਲ ਪੇ ਕਰਦੇ ਹਾਂ ਔਰ ਤੁਸੀਂ ਜਿਸ ਤਰ੍ਹਾਂ 4 ਕੈਟੇਗਰੀਜ਼ ਦਾ ਜ਼ਿਕਰ ਕੀਤਾ, ਚਾਰਟਰ ਪਲੇਨਸ ਦਾ ਕੀਤਾ, ਗੁਜਰਾਤ ਤੋਂ ਗੱਲ ਸੁਣੀ ਤੁਹਾਡੇ ਮਨ 'ਚ ਵੀ ਆਈ। ਇਹ ਜਿਸ ਤਰ੍ਹਾਂ ਔਰਤਾਂ ਫਸ ਗਈਆਂ ਜਾਂ ਇਹ ਵੀ ਵਿੱਚ ਅਸੀਂ ਦੇਖਦੇ ਹਾਂ, ਦਰਸ਼ਕ ਉਹਨਾਂ ਨੂੰ ਜਾਣ ਕੇ ਚੰਗਾ ਲੱਗੇਗਾ ਕਿ ਮੁਸੀਬਤ ਦੇ ਮਾਰੇ ਅਜਿਹੇ ਲੋਕਾਂ ਵਾਸਤੇ ਉਹਨਾਂ ਦੇ ਪਰਿਵਾਰਾਂ ਲਈ ਤੁਸੀਂ ਕੀ ਕਰਦੇ ਹੋ। ਕਿਸੇ ਕਾਰਨਵਸ਼ ਉੱਥੇ ਕੋਈ ਸ਼ਖਸ ਚੱਲ ਵਸਿਆ ਹੈ, ਉਹਦੀ ਜਾਨ ਚਲੀ ਗਈ ਹੈ ਔਰ ਉਹ ਡੈਡ ਬੋਡੀਜ਼ ਦਾ ਵੀ ਤੁਸੀਂ ਜ਼ਿੰਮਾ ਲੈ ਰੱਖਿਆ ਹੋਇਆ, ਇੱਥੇ ਲੈ ਕੇ ਆਉਣ ਦੇ ਬਾਰੇ ਵੀ ਥੋੜ੍ਹਾ ਸੰਖੇਪ ਦੇ ਵਿੱਚ। ਬਿਲਕੁਲ, ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਡੈਡ ਬੋਡੀਜ਼ ਆਈਆਂ ਸੀ ਕੁਝ 4 ਸਾਲ ਪਹਿਲਾਂ, ਅਤੇ ਉਦੋਂ ਉੱਥੋਂ ਆਦਮਪੁਰ ਦੀ ਇੱਕ ਡੈਡ ਬੋਡੀ ਸੀ ਜਿਹੜੀ ਕਿ ਮੈਨੂੰ ਇੰਡੀਅਨ ਕੌਂਸਲੇਟ, ਇੰਡੀਅਨ ਐਮਬੈਸੀ ਨੇ ਕੰਟੈਕਟ ਕੀਤਾ ਕਿ ਉਹ ਦੇਖੋ ਉੱਥੇ ਹੈ ਜੀ ਸਾਡੀ ਇੰਡੀਅਨ ਐਮਬੈਸੀ, ਇੰਡੀਅਨ ਕੌਂਸਲੇਟ ਬਹੁਤ ਸਾਥ ਦਿੰਦੀ ਸਾਡਾ। ਜੋ ਵੀ ਅਸੀਂ ਕੰਮ ਕਰਦੇ ਹਾਂ ਨਾ ਜੀ, ਚਾਹੇ ਉਹ ਬੰਦਿਆਂ ਨੂੰ ਛਡਾਉਣ ਦਾ ਹੈ, ਚਾਹੇ ਡੈਡ ਬੋਡੀਆਂ ਲਿਆਉਣ ਦਾ ਹੈ, ਅਤੇ ਉਹ ਸਾਡਾ ਪੂਰਾ ਸਾਥ ਦਿੰਦੀ ਹੈ ਕਿਉਂਕਿ ਸਾਨੂੰ ਉਹਨਾਂ ਦੇ ਡਾਕੂਮੈਂਟ ਤਿਆਰ ਕਰਨੇ ਪੈਂਦੇ ਨੇ। ਪਾਸਪੋਰਟ ਜਿਹੜੇ ਆ ਉਹ ਟੈਂਪਰੇਰੀ ਪਾਸਪੋਰਟ ਬਣਾਉਣੇ ਪੈਂਦੇ ਆ। ਜਦੋਂ ਕੋਈ ਬੰਦਾ ਜੇਲ੍ਹ 'ਚੋਂ ਰਿਲੀਜ਼ ਹੁੰਦਾ ਤਾਂ ਇੰਡੀਅਨ ਕੌਂਸਲੇਟ ਨੇ ਸਾਨੂੰ ਪਾਸਪੋਰਟ ਬਣਾ ਕੇ ਦੇਣੇ ਆ। 24 ਘੰਟੇ ਸਾਨੂੰ ਪਾਸਪੋਰਟ ਬਣਾ ਕੇ ਦੇ ਦਿੰਦੀ ਆ। ਮੁੜ ਕੇ ਟਿਕਟਾਂ ਮੈਂ ਪੱਲਿਓਂ ਲੈਂਦਾ। ਤਾਂ ਅਸੀਂ ਇੱਕ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ, ਅੱਜ ਤੋਂ 6 ਸਾਲ ਪੁਰਾਣੀ ਗੱਲ ਹੈ। ਅਤੇ ਉਦੋਂ ਅਸੀਂ ਬੈਠੇ ਸੀ, ਜੇਲ੍ਹ ਦੀ ਵਿਜ਼ਿਟ ਕਰਕੇ ਆਏ, ਅਤੇ ਕੁਛ ਲੋਕ ਇਹੋ ਜਿਹੇ ਸੀ ਜਿਹੜੇ ਕਹਿੰਦੇ ਸਰ ਸਾਨੂੰ ਇੱਥੇ ਬੈਠਿਆਂ ਨੂੰ 4-4 ਸਾਲ ਹੋ ਗਏ, ਸਾਨੂੰ ਸਜ਼ਾ ਹੋਈ ਸੀ 15 ਦਿਨਾਂ ਦੀ ਜਾਂ 20 ਦਿਨਾਂ ਦੀ, ਅਤੇ ਅਸੀਂ ਨਹੀਂ ਨਿਕਲ ਸਕੇ। ਸਾਡੇ ਇੱਥੇ ਜ਼ਮਾਨਤ ਨਹੀਂ ਕਰਵਾ ਪਾਉਂਦੇ ਲੋਕ ਕਈ ਵਾਰੀ। ਬਿਲਕੁਲ, ਇੰਡੀਆ 'ਚ ਵੀ ਇਹੀ ਗੱਲ ਉੱਠੀ ਸੀ ਨਾ ਜੀ। ਉੱਥੇ ਮੈਨੂੰ ਉਹਨੇ ਕਿਹਾ, ਫਿਰ ਮੈਂ ਆਪਾਂ ਇੰਡੀਅਨ ਉੱਥੇ ਗੱਲਬਾਤ ਕੀਤੀ ਇੰਡੀਅਨ ਕੌਂਸਲੇਟ 'ਚ। ਮੈਂ ਕਿਹਾ ਜੀ ਲਿਸਟਾਂ ਬਣਾਓ ਉਦੋਂ। ਫਿਰ ਅਸੀਂ ਲਿਸਟਾਂ ਬਣਾਈਆਂ ਅਤੇ 870-72 ਲੋਕ ਇਹੋ ਜਿਹੇ ਸੀ ਜਿਹੜੇ ਕਿ ਆਪਣੀ ਸਜ਼ਾ ਖਤਮ ਕਰ ਚੁੱਕੇ ਸੀ। ਛੋਟੀਆਂ ਸਜ਼ਾਵਾਂ ਸਨ ਪਰ ਲੰਮੇ ਸਮੇਂ 'ਚ ਬੈਠੇ ਸੀ ਇੰਡੀਆ ਦੇ ਸਾਰੇ। ਅਸੀਂ ਉਹਦੀ ਲਿਸਟਾਂ ਬਣਾ ਕੇ ਕੋਸ਼ਿਸ਼ ਕੀਤੀ ਕਿ ਹਰ ਮਹੀਨੇ ਅਸੀਂ 40-50 60 ਜਾਂ 100 ਬੱਚਾ ਕੱਢ ਕੇ ਅਸੀਂ 3-3.5 ਸਾਲ ਸਾਰੀਆਂ ਟਿਕਟਾਂ ਮੈਂ ਦਿੱਤੀਆਂ। ਇੰਡੀਅਨ ਕੌਂਸਲੇਟ ਨੇ ਉਹਦੇ ਪੇਪਰ ਤਿਆਰ ਕੀਤੇ। ਅਸੀਂ 3-4 ਸਾਲ ਦੇ ਵਿੱਚ ਸਾਰੇ ਬੱਚੇ ਇੰਡੀਆ ਵਾਪਸ ਇੰਡੀਆ ਵਾਪਸ ਲੈ ਆਏ। ਰਿਕੁਆਇਰਮੈਂਟਸ ਜਿਹੜੀਆਂ ਕਾਨੂੰਨੀ ਰਿਕੁਆਇਰਮੈਂਟਸ ਨੇ ਉਹ ਸਾਰੀਆਂ ਕਰਾ ਕੇ ਆਪ ਸਮਰੱਥ ਨਹੀਂ ਸੀ, ਉਹ ਕਰ ਨਹੀਂ ਸਕਦੇ ਸੀ। ਇਸੇ ਕਾਰਨ ਕਰਕੇ ਉਹਨਾਂ ਕੋਲ ਪਾਸਪੋਰਟ ਨਹੀਂ ਸੀ, ਉਹਨਾਂ ਕੋਲ ਟਿਕਟ ਜੋਗੇ ਪੈਸੇ ਨਹੀਂ ਸੀ। ਬਸ ਆਹ 2 ਗੱਲਾਂ ਸੀਗੀਆਂ, ਇਹ ਅਸੀਂ ਪੂਰੀਆਂ ਕਰਤੀਆਂ ਰਲ ਕੇ ਗੌਰਮੈਂਟ ਦੇ ਨਾਲ, ਅਤੇ ਬੱਚੇ ਆਪਣੇ ਘਰ ਹੀ ਪਹੁੰਚ ਗਏ। ਜਿਹੜੀ ਡੈਡ ਬੋਡੀ ਦੀ ਗੱਲ ਕੀਤੀ ਨਾ, ਉਦੋਂ ਮੈਨੂੰ ਕਹਿੰਦੇ ਆਹ ਫਿੰਗਰਪ੍ਰਿੰਟ ਲੈ ਕੇ ਉਹਨਾਂ ਨੇ ਦੱਸਿਆ ਵੀ ਆਹ ਐਡਰੈਸ ਬਣਦਾ ਆਦਮਪੁਰ ਦਾ ਸੀ। ਅਤੇ ਸਾਡੇ ਜਿਹੜੇ ਇੱਥੋਂ ਆਪਣੇ ਜਲੰਧਰ ਸਾਡੇ ਜੋ ਪ੍ਰੈਜ਼ੀਡੈਂਟ ਹੈਗੇ ਅਮਰਜੋਤ ਸਿੰਘ ਜੀ, ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਪੁਲਿਸ ਦੀ ਹੈਲਪ ਲਈ ਜਾ ਕੇ ਉੱਥੇ ਘਰ ਲੱਭ ਲਿਆ। ਉਹਨਾਂ ਦੇ ਘਰ ਪਹੁੰਚੇ, ਘਰ ਜਾ ਕੇ ਦੱਸਿਆ ਗਿਆ ਕਿ ਇਸ ਤਰ੍ਹਾਂ ਡੈਥ ਹੋਈ ਹੈ, ਦਿਖਾਇਆ। ਫਿਰ ਅਸੀਂ ਉਹਨਾਂ ਦਾ ਇੱਕ ਫੈਮਿਲੀ ਮੈਂਬਰ ਜਿਹੜਾ ਸੀ, ਮੈਂ ਉੱਥੋਂ ਵੀਜ਼ਾ ਭੇਜਿਆ, ਟਿਕਟ ਭੇਜੀ, ਅਕੋਮੋਡੇਸ਼ਨ ਦਿੱਤੀ ਉਹਨਾਂ ਨੂੰ, ਇੱਥੋਂ ਲੈ ਕੇ ਗਏ ਸ਼ਨਾਖਤ ਕਰਨ ਵਾਸਤੇ। ਫਿਰ ਅਸੀਂ ਮੌਜੂਦਗੀ 'ਚ ਗਏ, ਡੈਡ ਬੋਡੀਆਂ ਪਈਆਂ ਸੀ ਕਾਫੀ ਸਾਰੀਆਂ ਉੱਥੇ, ਤਾਂ 600-700 ਡੈਡ ਬੋਡੀ ਸੀ। ਅਸੀਂ ਅੰਦਰ ਜਾ ਕੇ ਦੇਖਿਆ, ਫਿਰ ਦੱਸਿਆ ਵੀ ਆਹ ਡੈਡ ਬੋਡੀ ਹੈ। ਉਹ ਮੁੰਡੇ ਨੇ ਫਿਰ ਸ਼ਨਾਖਤ ਕੀਤੀ ਕਿ ਡੈਡ ਬੋਡੀ ਵੀ ਸਾਡੀ ਹੀ ਹੈ। ਫਿਰ ਉਹ ਡੈਡ ਬੋਡੀ ਲੈ ਕੇ ਆਏ। ਉੱਥੋਂ ਹੀ ਸਿਲਸਿਲਾ ਸ਼ੁਰੂ ਹੋ ਕੇ, ਅਤੇ ਅੱਜ ਦੀ ਡੇਟ ਦੇ ਵਿੱਚ ਤਕਰੀਬਨ ਹੁਣ ਜਲੰਧਰ ਦੀ ਪਿਛਲੇ ਕੋਈ 15 ਦਿਨ ਪਹਿਲਾਂ ਦੀ ਗੱਲ ਹੈ, ਜਲੰਧਰ ਦੀ ਲੇਡੀ ਸੀ, ਅਤੇ ਉਹਦੀ ਵੀ ਡੈਡ ਬੋਡੀ ਅਸੀਂ ਲੈ ਕੇ ਆਏ ਹਾਂ। ਅਤੇ ਤਕਰੀਬਨ 216 ਡੈਡ ਬੋਡੀਆਂ ਜਿਹੜੀਆਂ ਅਸੀਂ ਲਿਆ ਚੁੱਕੇ ਹਾਂ ਇੱਥੇ। ਔਰ ਇੱਥੇ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਕਿ ਸਿਰਫ ਇੰਨਾ ਹੀ ਨਹੀਂ ਹੈ ਕਿ ਅਸੀਂ ਉੱਥੋਂ ਡੈਡ ਬੋਡੀਆਂ ਲੈ ਕੇ ਆਉਂਦੇ ਹਾਂ ਅਤੇ ਡੈਡ ਬੋਡੀਆਂ ਲੈ ਕੇ ਉਹਨਾਂ ਦੇ ਘਰ ਸੰਸਕਾਰ ਕਰਦੇ ਹਾਂ। ਸੰਸਕਾਰ 'ਤੇ ਸਾਡੇ ਜਿਸ ਡਿਸਟ੍ਰਿਕਟ ਦੀ ਡੈਡ ਬੋਡੀ ਹੋਏਗੀ, ਉਸ ਡਿਸਟ੍ਰਿਕਟ ਸਾਡੇ ਮੈਂਬਰ ਹੈ ਜਾਂ ਪ੍ਰੈਜ਼ੀਡੈਂਟ ਹੈ ਸਾਰੇ, ਉਹ ਉੱਥੇ ਜਾਣਗੇ। ਸੰਸਕਾਰ ਹੋਣ ਤੋਂ ਬਾਅਦ ਭੋਗ 'ਤੇ ਵੀ ਜਾਂਦੇ ਹਾਂ ਅਸੀਂ। ਇਨ ਦੀ ਮੀਨ ਟਾਈਮ ਜਿਹੜਾ ਅਸੀਂ ਉਹ ਦੇਖ ਲੈਂਦੇ ਹਾਂ ਕਿ ਘਰ ਦੀ ਪਰਿਵਾਰ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ, ਹਾਲਾਤ ਕਿਸ ਤਰ੍ਹਾਂ ਦੇ, ਕਿਉਂਕਿ ਜੋ ਬੰਦਾ ਕਮਾਉਣ ਗਿਆ ਸੀ ਕਿਸ ਹਾਲਤ ਵਿੱਚ ਗਿਆ ਸੀ ਉਹ ਅਸੀਂ ਦੇਖਦੇ ਹਾਂ। ਫਿਰ ਜਿੱਥੇ ਹੁਣ ਇਹੋ ਜਿਹੇ ਬਹੁਤ ਕੇਸ ਹੋ ਚੁੱਕੇ ਨੇ ਜਿੱਥੇ ਕਿ ਸਿਰਫ ਆਦਮੀ ਦਾ ਮਰ ਗਿਆ, ਉਹਦੀ ਵਾਈਫ ਹੈ, ਕੋਈ ਜ਼ਮੀਨ ਜਾਇਦਾਦ ਨਹੀਂ ਉਹਨਾਂ ਕੋਲ ਹੈਗੀ, 3 ਬੱਚੀਆਂ ਨੇ ਉਹਨਾਂ ਦੀਆਂ। ਉਹਨਾਂ ਦਾ ਫਿਰ ਅਸੀਂ ਕੀ ਕਰਦੇ ਹਾਂ ਟਰੱਸਟ ਵੱਲੋਂ, ਜੇ ਬੱਚੀ ਹੁਣ ਇੱਕ ਕੇਸ ਸੀ ਤਰਨਤਾਰਨ ਦਾ, 3 ਸਾਲ ਦੀ ਬੱਚੀ ਸੀ, 7 ਸਾਲ ਦੀ ਅਤੇ 13 ਸਾਲ ਦੀ, ਉਹ ਫਿਰ ਅਸੀਂ 3 ਬੱਚਿਆਂ ਦੇ ਨਾਂ ਦੇ ਉੱਤੇ ਕਰਦੇ ਹਾਂ, ਫਿਕਸ ਡਿਪੋਜ਼ਿਟ ਕਰਾ ਦਿੰਦੇ ਹਾਂ। ਜਿਹੜੀ ਸਭ ਤੋਂ ਵੱਡੀ ਬੇਟੀ ਹੈ 13 ਸਾਲ ਦੀ ਹੈ, ਉਹਦੇ 4 ਲੱਖ ਰੁਪਏ ਦਾ ਅਸੀਂ ਫਿਕਸ ਡਿਪੋਜ਼ਿਟ ਕਰਦੇ ਹਾਂ 10 ਸਾਲ ਲਈ। ਬੈਂਕ 'ਚ ਗਿਆ ਪੈਸਾ, ਜਦੋਂ ਵਿਆਹ ਦੇ ਲਾਇਕ ਹੋਏਗੀ ਉਹਨੂੰ ਉਹ ਪੈਸੇ ਮਿਲ ਜਾਣਗੇ। ਇਸੇ ਤਰ੍ਹਾਂ ਜਿਹੜੀ ਲੜਕੀ 7-8 ਸਾਲ ਦੀ 9 ਸਾਲ ਦੀ ਹੈਗੀ ਹੈ, ਉਹਨੂੰ ਅਸੀਂ 2 ਲੱਖ ਰੁਪਏ ਹੋ ਗਿਆ। ਜਿਹੜੀ 3 ਸਾਲ ਦੀ ਹੈ 1 ਲੱਖ ਰੁਪਏ ਹੋ ਗਿਆ। ਇਹ ਅਸੀਂ ਫਿਕਸ ਡਿਪੋਜ਼ਿਟ ਉਹਨਾਂ ਦੇ ਨਾਂ 'ਤੇ ਕਰਾ ਕੇ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ। ਇਹ ਪੈਸੇ ਉਹਨਾਂ ਨੂੰ ਉਦੋਂ ਮਿਲਣਗੇ ਜਦੋਂ ਲੜਕੀ ਜਿਹੜੀ ਸ਼ਾਦੀ ਦੇ ਕਵਰ। ਜੀ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕੁਝ ਅਲਫਾਜ਼ ਸਾਹਿਬ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਦਿਆਂ ਹੋਇਆ ਆਖੀ ਗੱਲ ਇਹ ਵੀ ਆਖੀ ਸੀ ਕਿ ਉਹ ਵਿਧਵਾਵਾਂ ਉਹਨਾਂ ਨੂੰ ਆਪਣੇ ਪੈਰੀ ਕੀਤਾ। ਇਹ ਤਾਂ ਹੈ ਕਿ ਬੱਚਿਆਂ ਦੇ ਜਿਹੜੇ FDs ਕਰਵਾਈਆਂ ਉਹਦਾ ਜ਼ਿਕਰ ਕਰਦੇ ਪਏ ਨੇ। ਔਰ ਕਿਉਂਕਿ ਆਪ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਮੇਰੇ ਮਨ 'ਚ ਗੱਲ ਆ ਰਹੀ ਹੈ ਕਿ ਫਿਰ ਇਹੀ ਨਹੀਂ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਡੈਡ ਬੋਡੀ ਆ ਗਈ, ਹਵਾਲੇ ਕਰਤੀ, ਸੰਸਕਾਰ ਹੋ ਗਿਆ,
ਆਪਣੇ ਅਸੀਸ ਨੇ, ਜਿਵੇਂ ਇਹਨਾਂ ਨੇ ਜਲੰਧਰ ਦਾ ਜ਼ਿਕਰ ਕੀਤਾ ਹੈ, ਇੱਥੇ ਅਮਰਜੋਤ ਹੋਰੀ ਇੰਚਾਰਜ ਹਨ, ਅਸੀਂ ਇਕੱਠੇ ਸਟੂਡੀਓ 'ਚ ਆਏ ਹਾਂ, ਅਮਰਜੋਤ ਹੋਰੀ ਵੀ ਸਾਡੇ ਨਾਲ ਹੀ ਇੱਥੇ ਕੈਮਰੇ ਪਿੱਛੇ ਬੈਠੇ ਹੋਏ ਨੇ। ਤਾਂ ਉਹਨਾਂ ਵਿਧਵਾਵਾਂ ਨੂੰ ਵੀ ਫਿਰ ਆਪਣੇ ਪੈਰੀ ਕਰਦੇ ਨੇ, FD ਹੀ ਨਹੀਂ ਖੰਜਰੀ, ਉਹਦੇ ਵਾਸਤੇ 100 ਸਿਖਲਾਈ ਪ੍ਰੋਗਰਾਮ ਕਈ ਕੁਝ ਹੋਰ ਚੱਲਦਾ। ਇਹ ਵੀ ਸਾਡੀਆਂ ਕਾਫੀ ਸਕੀਮਾਂ ਨੇ, ਸਾਡੇ 26-27 ਪ੍ਰੋਜੈਕਟ ਨੇ ਜਿਹੜੇ ਸਾਡੀ ਵਿਡੋ ਪੈਨਸ਼ਨ ਸਕੀਮ ਹੈ ਜਾਂ ਬੁਢਾਪਾ ਪੈਨਸ਼ਨ ਸਕੀਮ ਹੈ ਨਾ ਜੀ। ਸੋ ਇਹਦੇ ਸਾਡੇ ਤਕਰੀਬਨ 11,000 ਦੇ ਕਰੀਬ ਇਹੋ ਜਿਹੀਆਂ ਵਿਡੋਜ਼ ਹੈਗੀਆਂ ਨੇ ਜਾਂ ਲੇਡੀਜ਼ ਨੇ ਜਿਨ੍ਹਾਂ ਨੂੰ ਅਸੀਂ ਪੈਨਸ਼ਨ ਦਿੰਦੇ, ਮੰਥਲੀ ਪੈਨਸ਼ਨ, ਉਹ ਡਿਸਟ੍ਰਿਕਟ ਵਾਈਜ਼ ਸਾਡੀ ਜਾ ਰਹੀ ਹੈ। ਤਕਰੀਬਨ ਸਾਡੇ 13-14 ਹਜ਼ਾਰ ਚੈੱਕ ਨੇ ਜਿਹੜੇ ਹਰ ਮਹੀਨੇ ਕੱਟ ਹੁੰਦੇ ਨੇ। ਕਿੰਨਾ ਮੰਥਲੀ ਐਕਸਪੈਂਸਿਸ ਇਨਕਰ ਹੋ ਜਾਂਦਾ? ਕਰੋੜਾਂ ਰੁਪਏ 'ਚ ਹੋ ਜਾਂਦਾ ਜੀ। ਹਾਂ, ਹਿਸਾਬ ਨਹੀਂ ਲੱਗ ਰਿਹਾ ਮੈਨੂੰ ਵੀ, ਤਾਂ ਲੱਗਦਾ ਨਹੀਂ, ਇਹ ਕਰੋੜਾਂ ਰੁਪਏ ਜਾਂਦਾ ਹੈ। ਦੇਖੋ, ਵਿਡੋ ਪੈਨਸ਼ਨ ਹੋ ਗਈ, ਐਜੂਕੇਸ਼ਨ 'ਤੇ ਅਸੀਂ ਜਿੰਨਾ ਕੰਮ ਕਰ ਰਹੇ ਹਾਂ, ਜਿਹੜੀ ਸਕਾਲਰਸ਼ਿਪ ਹੈਗੀ ਹੈ, ਇਹ ਵੀ ਤਕਰੀਬਨ 9,500 ਬੱਚਾ ਅਸੀਂ ਅਡੋਪਟ ਕੀਤਾ ਹੋਇਆ। ਹਰ ਸਾਲ ਅਸੀਂ ਪੰਜਾਬ ਯੂਨੀਵਰਸਿਟੀ ਹੋ ਗਈ, ਪੰਜਾਬੀ ਯੂਨੀਵਰਸਿਟੀ ਹੈ, ਮੋਦੀ ਕਾਲਜ ਹੈ, ਇਸ ਤਰ੍ਹਾਂ ਜਿੰਨੀਆਂ ਯੂਨੀਵਰਸਿਟੀਆਂ ਕਾਲਜਸ ਵਿੱਚੋਂ ਅਸੀਂ 100 ਬੱਚਾ ਹਰ ਸਾਲ ਅਡੋਪਟ ਕਰਦੇ ਹਾਂ। ਇਹ ਸਾਰੇ ਪਿੰਡਾਂ ਦੇ ਬੱਚੇ ਹੈ ਜਿਹੜੇ ਕਿ ਫੀਸਿਸ ਨਹੀਂ ਦੇ ਸਕਦੇ। ਸੋ ਉੱਥੋਂ ਅਸੀਂ ਫਿਰ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ, ਹਰ ਡਿਪਾਰਟਮੈਂਟ ਦੀ ਸਾਡੀ ਕਮੇਟੀ ਬਣੀ ਹੋਈ ਹੈ। ਐਜੂਕੇਸ਼ਨ ਦੀ ਵੱਖਰੀ ਕਮੇਟੀ ਹੈ, ਉਹ ਫਿਰ ਦੇਖ ਲੈਂਦੀ ਹੈ ਕਿ ਇਹਨਾਂ ਦੀ ਸੈਲਰੀ ਸਰਟੀਫਿਕੇਟ ਜਾਂ ਬੈਂਕ ਬੈਲੈਂਸ ਕੀ ਨੇ, ਉਸ ਹਿਸਾਬ ਨਾਲ ਉਹ ਫਿਕਸ ਕਰਦੀਆਂ ਨੇ ਕਿ ਇਸ ਬੱਚੇ ਦੀ ਜਿਹੜੀ ਫੀਸ ਹੈ ਉਹ 25% ਦੇਣੀ ਹੈ, 50% ਦੇਣੀ ਹੈ, 75 ਦੇਣੀ ਜਾਂ 100% ਫੀਸ ਮਾਫ ਕਰਨੀ ਹੈ, ਉਹ ਤੈਅ ਕਰਦੀਆਂ ਨੇ। ਅਤੇ ਇਸ ਤਰੀਕੇ ਨਾਲ ਜਿਹੜੀ ਸਕਾਲਰਸ਼ਿਪ ਉਹਨਾਂ ਦੀ ਦਿੱਤੀ ਜਾਂਦੀ ਹੈ। ਇੱਕ ਅਸੀਂ ਇੰਨਾ ਜ਼ਿਆਦਾ ਇੱਕ ਤਾਂ ਜਿਹੜਾ ਤੁਸੀਂ ਜਿੱਦਾਂ ਮੈਂ ਜੀ ਸ਼ੁਰੂ 'ਚ ਜ਼ਿਕਰ ਕੀਤਾ, ਸਿਰਫ ਮੈਨ ਇਨ ਖੜੀ ਨਾ ਊਰਜਾ ਇੰਨੀ ਜ਼ਿਆਦਾ ਹੈ ਕਿ ਐਨਰਜੀ ਇੰਨਾ ਜ਼ਿਆਦਾ ਹੈ ਕਿ ਪਤਾ ਨਹੀਂ ਲੱਗਦਾ ਉਹ ਹੈ ਕਿ ਜਿਵੇਂ ਕੁਝ ਰਹਿ ਨਾ ਜਾਵੇ, ਕਿਉਂਕਿ ਕੁਦਰਤ ਨੇ ਇੱਕ ਇਨਸਾਨ ਨੂੰ ਉਮਰ ਬਖਸ਼ੀ ਹੈ। ਉਹ ਜੇ ਬਜ਼ੁਰਗ ਵਾਰ ਹੋਣ, ਲੋਕ ਵੱਡੀ ਉਮਰ ਵੀ ਕਰਕੇ ਜੀ ਕੇ ਜਾਣ ਵੀ, ਤਾਂ ਕਿਤੇ ਅੰਤ ਆਉਣਾ ਹੁੰਦਾ ਹੈ। ਅਸੀਂ ਜਦੋਂ ਕਿਸੇ ਨੂੰ ਵੀ ਲੰਮੀ ਉਮਰ ਦੀ ਅਕਸਰ ਅਸੀਂ ਇੱਕ ਦੂਜੇ ਨੂੰ ਅੱਛੇ ਸ਼ੁਭੇੱਛਾਵਾਂ ਦੇਣੀਆਂ ਹੁਣ ਤਾਂ ਕਾਮਨਾ ਕਰਦੇ ਹੀ ਕਰਦੇ ਹਾਂ। ਅਤੇ ਜਿੰਨੇ ਕੰਮ ਤੁਸੀਂ ਕਰਦੇ ਪਏ ਹੋ, ਸਾਰਾ ਦਿਨ ਕਰਦੇ ਰਹਿੰਦੇ ਹੋ, ਔਰ ਇਹ ਵੀ ਲੱਗਦਾ ਹੈ ਕਿ ਕਾਲ ਦੇ ਵਿੱਚ ਹੋ, ਤੁਹਾਡੇ ਲਈ ਤਾਂ ਹੋਰ ਬਹੁਤ ਨਤਮਸਤਕ ਹੋ ਕੇ ਕੁਦਰਤ ਦੇ ਸਾਹਮਣੇ ਦੁਆ ਕਰਦੇ ਹਾਂ ਕਿ ਤੁਹਾਡੀ ਉਮਰ ਜੋ ਹੈ ਉਹ ਲੰਮੀ ਹੋਵੇ ਔਰ ਆਪ ਦੀ ਤੰਦਰੁਸਤੀ ਬਣੀ ਰਹੇ, ਕਿਉਂਕਿ ਅਨੇਕ ਲੋਕਾਂ ਦਾ ਭਲਾ ਸ਼ਾਇਦ ਤੁਹਾਡੇ ਹੱਥੀਂ ਲਿਖਿਆ ਹੋਇਆ ਹੈ। ਹੁਣ ਗੱਲ ਕਰਨ ਵਾਲੀ ਇਹ ਹੈ ਕਿ ਕੁਝ ਮੈਂ ਤਰਤੀਬ ਬਣਾਈ ਸੀ ਕਿ ਇਸ ਤਰੀਕੇ ਨਾਲ ਗੱਲ ਕਰਾਂਗੇ, ਕੋਈ ਫਰਕ ਨਹੀਂ ਪੈਂਦਾ, ਜਿੱਦਾਂ ਜ਼ੁਬਾਨ ਅਤੇ ਮਨ ਵਿੱਚ ਗੱਲ ਆ ਰਹੀ ਹੈ, ਅਸੀਂ ਗੱਲਾਂ ਕਰਦੇ ਜਾ ਰਹੇ ਹਾਂ। ਇਹ ਹੁਣ ਜਿਸ ਤਰ੍ਹਾਂ ਅਸੀਂ ਔਰਤਾਂ ਦੀ ਗੱਲ ਕੀਤੀ ਹੈ, ਬੱਚਿਆਂ ਦੀ ਗੱਲ ਕੀਤੀ ਹੈ, ਜਿਹੜੀਆਂ ਹੁਣ ਕਿੰਨੇ ਹੀ ਜ਼ਿਆਦਾ ਲੋਕ ਅਜਿਹੇ ਨੇ, ਤੁਸੀਂ ਜਿਵੇਂ ਅਨੇਕ ਕੈਂਪ ਲਗਾਉਂਦੇ ਹੋ, ਮੈਡੀਕਲ ਕੈਂਪ ਲਗਾਉਂਦੇ ਆ ਰਹੇ ਹੋ ਤੁਸੀਂ, ਮੈਨੂੰ ਲੱਗਦਾ ਕੁਝ ਪ੍ਰੋਗਰਾਮ ਤਬਦੀਲੀ ਵੀ ਕੀਤੀ ਹੈ, ਉਸ ਬਾਰੇ ਵੀ ਗੱਲ ਕਰ ਲੈਂਦੇ ਹਾਂ। ਔਰ ਅੱਖਾਂ ਦੇ ਕੈਂਪ ਵੀ ਲਗਾਉਂਦੇ, ਉਹਨਾਂ ਮਰੀਜ਼ਾਂ ਦੇ ਇਲਾਜ ਆਪਰੇਸ਼ਨ ਹੁੰਦੇ ਨੇ, ਔਰ ਖ਼ਾਸ ਤੌਰ 'ਤੇ ਉਹ ਲੋਕ ਜਿਹੜੇ ਉਮਰ ਭਰ ਲਈ ਮਰੀਜ਼ ਬਣ ਗਏ ਨੇ, ਕਿਡਨੀਸ ਦੇ ਮਰੀਜ਼ ਨੇ, ਹੈ ਜੀ, ਉਹਨਾਂ ਦੀ ਫੰਕਸ਼ਨਿੰਗ ਹੈ ਨਹੀਂ ਹੈ, ਡਾਇਲਿਸਿਸ ਚਾਹੀਦਾ ਹੁੰਦਾ ਜੀ, ਔਰ ਸਾਰੀ ਉਮਰ ਹੀ ਕਰਵਾਉਣਾ ਪੈਂਦਾ, ਇੱਕ ਵਾਰ ਲੱਗ ਜਾਏ। ਕਈ ਵਾਰੀ ਬਹੁਤ ਘੱਟ ਲੋਕ ਨੇ ਜਾਂ ਉਹ ਆਪਣਾ ਟਰਾਂਸਪਲਾਂਟ ਹੋਵੇ, ਕਾਮਯਾਬ ਹੋਵੇ ਨਾ ਹੋਵੇ, ਉਹਨਾਂ ਨੂੰ ਹਫ਼ਤੇ 'ਚ ਕਿਸੇ ਨੂੰ ਇੱਕ ਵਾਰ, ਕਿਸੇ ਨੂੰ 2 ਵਾਰ, ਕਿਸੇ ਨੂੰ 3 ਵਾਰ। ਇਸ ਬਾਰੇ ਤੁਸੀਂ ਦੱਸੋ, ਇਹ ਵੀ ਅਸੀਂ ਕਿਸ ਕਿਸਮ ਦਾ ਜਾਲ ਤੁਸੀਂ ਡਾਇਲਿਸਿਸ ਮਸ਼ੀਨਾਂ ਦਾ ਪੰਜਾਬ ਦੇ ਵਿੱਚ ਵਿਛਾ ਕੇ ਰੱਖਿਆ ਹੋਇਆ? ਰਮਨ ਜੀ, ਸੇਮ ਨਾ, ਇਹ ਇੱਕ ਦੂਜੇ ਨਾਲ ਰਿਲੇਟਡ ਹੀ ਆ ਸਾਰਾ ਕੁਝ ਜੀ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜਦੋਂ ਮੈਂ 17 ਬੰਦਿਆਂ ਨੂੰ ਮਿਲ ਕੇ ਆਇਆ ਸੀ ਅੰਦਰ ਨਾ ਜੀ, ਫਿਰ ਮੈਂ ਉਹਨਾਂ ਦੇ ਪਿੰਡਾਂ 'ਚ ਗਿਆ। ਜਦੋਂ ਪਿੰਡਾਂ 'ਚ ਜਾ ਕੇ ਦੇਖਿਆ, ਉੱਥੇ ਤਾਂ ਮਾਹੌਲ ਹੀ ਹੋਰ ਸੀ। ਜੇ ਸਹੀ ਮੈਨੇ ਜੇ ਚੇਂਜ ਆਈ ਨਾ ਮੇਰੇ ਵਿੱਚ ਵੀ, ਅਤੇ ਉਹ ਪਿੰਡਾਂ ਵਿੱਚ ਜਾ ਕੇ ਚੇਂਜ ਆਈ। ਉੱਥੋਂ ਝਟਕਾ ਵੱਜਿਆ ਕਿ ਅਸੀਂ ਤਾਂ ਇੰਜੋਏ ਕਰ ਰਹੇ ਹਾਂ, ਕੰਪਨੀਆਂ 'ਚ ਬੈਠੇ ਹਾਂ, ਮਜ਼ੇ ਨਾਲ, ਅੱਛੀਆਂ ਗੱਡੀਆਂ ਨੇ, ਅੱਛਾ ਖਾਣ ਪੀਣ, ਅੱਛਾ ਰਹਿ ਰਹੇ ਹਾਂ। ਪਿੰਡਾਂ 'ਚ ਤਾਂ ਹਾਲਾਤ ਹੀ ਬੜੀ ਖਰਾਬ ਹੈ। ਉੱਥੇ ਫਿਰ ਕੁਛ ਇਹੋ ਜਿਹੇ ਪ੍ਰੋਜੈਕਟ ਸੀ ਜਿਹੜੇ ਮੈਨੂੰ ਨਜ਼ਰ ਆਏ ਕਿ ਜਿਸ ਤਰ੍ਹਾਂ ਬੰਦਿਆਂ ਦੀਆਂ ਅੱਖਾਂ ਤੋਂ ਨਜ਼ਰ ਜਾਂਦੀ ਜਾ ਰਹੀ ਸੀ। ਲੋਕ ਕਿਡਨੀ ਦੇ ਪੇਸ਼ੈਂਟ ਨੇ, ਡਾਇਲਿਸਿਸ ਨਹੀਂ ਕਰਾ ਪਾ ਰਹੇ, ਡੈਥਾਂ ਹੋ ਰਹੀਆਂ। ਕੈਂਸਰ ਦੇ ਪੇਸ਼ੈਂਟ ਨੇ, ਮੈਡੀਸਨ ਨਹੀਂ ਲੈ ਪਾ ਰਹੇ। ਸੋ ਇਸ ਤਰੀਕੇ ਨਾਲ ਇਹ ਕਾਫੀ ਚੀਜ਼ਾਂ ਜਿਹੜੀਆਂ ਸੀ, ਟੈਸਟ ਨਹੀਂ ਕਰਾ ਪਾ ਰਹੇ ਲੋਕ। ਉਦੋਂ ਮੈਂ ਮਨ ਬਣਾ ਲਿਆ ਸੀ, ਮੈਂ ਕਿਹਾ ਨਹੀਂ, ਹੁਣ ਸਾਨੂੰ ਟਰਸਟ ਬਣਾਉਣਾ ਪਏਗਾ ਇੱਕ। ਫਿਰ ਅਸੀਂ ਇੱਕ ਟਰਸਟ ਬਣਾਇਆ। ਟਰਸਟ ਬਣਾ ਕੇ ਅਸੀਂ ਸ਼ੁਰੂ ਕੀਤਾ ਪਟਿਆਲੇ ਤੋਂ। ਫਿਰ ਉਹਦੇ ਆਫਿਸ ਖੋਲ੍ਹਦੇ ਅੱਜ 30 ਆਫਿਸ ਪੰਜਾਬ 'ਚ ਨੇ, 18 ਹਰਿਆਣੇ 'ਚ ਨੇ, ਟੋਟਲ 90 ਆਫਿਸ ਸਾਡੇ ਖੁੱਲ੍ਹ ਚੁੱਕੇ ਨੇ। ਔਰ ਜਿਹੜੀ ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਉਹ ਵੀ ਦੱਸਾਂਗਾ ਜ਼ਰੂਰ ਅੱਗੇ ਜਾ ਕੇ, ਕਿ ਐਨਰਜੀ ਆਪਣੇ ਆਪ ਆਉਂਦੀ ਜਦੋਂ ਇਹੋ ਜਿਹੇ ਕੰਮ ਕਰਦੇ ਹਾਂ। ਦੂਸਰਾ ਇਹ ਹੁੰਦਾ ਕਿ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜਦ ਤੱਕ ਪੂਰੀ ਟੀਮ ਨਾ ਹੋਵੇ। ਸੋ ਮੈਂ ਇਸ ਕੋਲੋਂ ਲੱਕੀ ਹਾਂ ਕਿ ਹਰ ਡਿਸਟ੍ਰਿਕਟ ਸਾਡੀ ਟੀਮ ਬਣੀ ਹੈ, 25-25 30 ਮੈਂਬਰ ਸਾਡੇ ਹਰ ਡਿਸਟ੍ਰਿਕਟ 'ਚ ਨੇ, ਔਰ ਸਾਰੇ ਅੱਛੇ ਬਿਜ਼ਨਸਮੈਨ ਨੇ। ਔਰ ਕੋਈ ਬੰਦਾ ਉਹੀ ਤਨਦੇਹੀ ਹੈ, ਬਿਲਕੁਲ ਉਹੀ। ਦੇਖੋ, ਕੋਈ ਸੈਲਰੀ ਨਹੀਂ ਲੈਂਦਾ, ਆਪਣੀਆਂ ਗੱਡੀਆਂ, ਆਪਣੇ ਤੇਲ ਫੂਕਦੇ ਨੇ, ਔਰ ਦਿਨ ਤੋਂ ਰਾਤ ਤੱਕ ਇਸ ਕੰਮਾਂ 'ਚ ਲੱਗੇ ਹੋਏ ਨੇ।
ਤੇ ਜਿਸਲੇ ਮੈਂ ਜਾਂਦਾ, ਮੇਰਾ ਜਾਣਾ ਤਾਂ ਜ਼ਰੂਰੀ ਸਮਝਦਾ ਹਰ ਡਿਸਟ੍ਰਿਕਟ ਵਿੱਚ, ਕਿਉਂਕਿ ਇੱਕ ਵਾਰੀ ਮੇਰੇ ਜਾਣ ਨਾਲ ਫਿਰ ਭਾਵੇਂ 2 ਮਹੀਨੇ ਨਾ ਜਾਵਾਂ ਉਸ ਡਿਸਟ੍ਰਿਕਟ ਵਿੱਚ, ਲੇਕਿਨ ਉਹਨਾਂ ਨੂੰ ਇੰਨੀ ਐਨਰਜੀ ਮਿਲ ਜਾਂਦੀ ਹੈ, ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਨਹੀਂ, ਅਗਰ ਮੈਂ ਇੰਨਾ ਭੱਜ ਨੱਠ ਕਰ ਸਕਦਾ ਤੇ ਉਹ ਕਿਉਂ ਨਹੀਂ ਕਰ ਸਕਦੇ। ਮੈਡੀਕਲ ਸਰਵਿਸਿਜ਼ ਦੇ ਫੀਲਡ ਵਿੱਚ ਜਿਹੜਾ ਤੁਸੀਂ ਇਹ ਪਰਉਪਕਾਰੀ ਕੰਮ ਕਰ ਰਹੇ ਹੋ, ਉਸ ਬਾਰੇ ਥੋੜ੍ਹਾ। ਹਾਂ, ਉਹੀ ਮੈਂ ਉੱਥੇ ਆ ਰਿਹਾ ਸੀ। ਦੇਖੋ, ਅੱਖਾਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ ਜੀ, ਤਕਰੀਬਨ 40,000 ਦੇ ਕਰੀਬ ਅਸੀਂ ਅੱਖਾਂ ਦੇ ਮੋਤੀ ਦੇ ਆਪਰੇਸ਼ਨ ਕਰਕੇ ਲੈਂਸ ਪਾ ਚੁੱਕੇ ਹਾਂ। ਹੁਣ ਅਸੀਂ ਉਹਨੂੰ ਬੰਦ ਕੀਤਾ ਕਿਉਂਕਿ ਅਸੀਂ ਓਪਨ ਜਿਹੜੇ ਕੈਂਪ ਲਗਾਉਣੇ ਬੰਦ ਕਰਤੇ ਨੇ। ਜਿੰਨੇ ਸਾਡੇ 56 ਹਸਪੀਟਲ ਸਾਡੇ ਪੈਨਲ ਤੇ ਹੈਗੇ ਨੇ ਪੰਜਾਬ ਦੇ ਵਿੱਚ, ਹਰਿਆਣੇ ਵਿੱਚ, ਹਿਮਾਚਲ ਵਿੱਚ, ਅਸੀਂ ਉਹਨਾਂ ਨਾਲ ਟਾਈ ਅਪ ਕਰ ਲਿਆ ਕਿ ਤੁਹਾਡੇ ਕੋਲ ਸਾਡਾ ਲੈਟਰ ਲੈ ਕੇ ਪੇਸ਼ੈਂਟ ਪਹੁੰਚੇਗਾ, ਤੁਸੀਂ ਉਹਨੂੰ 2 ਦਿਨ ਰੱਖੋ ਆਪਣੇ ਕੋਲ, ਆਪਰੇਸ਼ਨ ਕਰਕੇ ਤੇ ਉਹਨੂੰ ਭੇਜ ਦਿਓ, ਉਹ ਤੋਂ ਪੈਸਾ ਨਹੀਂ ਲੈਣਾ, ਪੇਮੈਂਟ ਹਰ ਮਹੀਨੇ ਦੀ ਅਸੀਂ ਕਰ ਦਾਂਗੇ। ਅਸੀਂ ਇਸ ਤਰੀਕੇ ਨਾਲ ਸ਼ੁਰੂ ਕਰਤਾ। ਜਿਹੜੇ ਡਾਇਲਿਸਿਸ ਦੀ ਗੱਲ ਕੀਤੀ ਫਿਰ ਅਸੀਂ ਯੂਨਿਟ ਲਾਉਣੇ ਸ਼ੁਰੂ ਕੀਤੇ। ਅੱਜ ਤੋਂ ਕੁਝ ਸਾਲ ਪਹਿਲਾਂ ਦੀ, ਜ਼ਿਆਦਾ ਦੂਰ ਨਾ ਜਾਓ, 4-5 ਸਾਲ ਪੁਰਾਣੀ ਗੱਲ ਹੈ, ਜਦੋਂ ਸ਼ੁਰੂ ਕੀਤਾ ਕਿਸੇ ਨੇ ਪਠਾਨਕੋਟ ਤੋਂ ਡਾਇਲਿਸਿਸ ਕਰਾਉਣਾ ਹੁੰਦਾ ਸੀ, ਉਹਨੂੰ ਲੁਧਿਆਣੇ ਜਾਂ ਚੰਡੀਗੜ੍ਹ ਆਉਣਾ ਪੈਂਦਾ ਸੀ। ਰਸਤੇ 'ਚ ਕੋਈ ਡਾਇਲਿਸਿਸ ਹੀ ਨਹੀਂ ਸੀ ਕਿਤੇ ਵੀ ਹੁੰਦਾ। ਪਰੇਸ਼ਾਨੀ ਵੱਖਰੀ, ਔਰ ਹਫ਼ਤੇ 'ਚ 2 ਵਾਰੀ ਕਰਾਉਣਾ ਉਹਨੇ। ਆਉਂਦਾ ਸੀ ਬੰਦਾ, ਡਾਇਲਿਸਿਸ ਕਰਾਇਆ, ਦੂਜੇ ਦਿਨ ਵਾਪਸ ਗਿਆ, 2 ਦਿਨ ਘਰ ਰੈਸਟ ਕੀਤੀ, ਫਿਰ ਵਾਪਸ ਹੋ। ਆਵਾਜਾਈ ਬੜੀ, ਦਰਸ਼ਨ ਬੜੀ ਹੋਣੀ, ਪੈਸਾ ਖਰਚਾ ਬੜਾ ਹੋਣਾ। ਇੱਕ ਵਾਰੀ ਡਾਇਲਿਸਿਸ ਕਰਾਉਣ ਦਾ ਖਰਚਾ 2,500-3 ਹਜ਼ਾਰ ਰੁਪਇਆ। ਸੋ ਉਸ ਪੇਸ਼ੈਂਟ ਨੂੰ 1 ਮਹੀਨੇ ਦਾ ਖਰਚਾ 35-40 ਹਜ਼ਾਰ ਕਰਨਾ ਪੈਂਦਾ ਸੀ। ਕਈ ਤਾਂ ਕਰ ਹੀ ਨਹੀਂ ਸਕਦੇ ਨਾ, ਸਮਰੱਥ ਜ਼ਿਆਦਾ ਡੈਥਾਂ ਹੀ ਤਾਂ ਹੁੰਦੀਆਂ ਸੀ। ਜੇ ਕੋਈ ਕਰ ਸਕਦਾ ਸੀ ਤੇ 35-40 ਹਜ਼ਾਰ ਖਰਚਾ ਹਰ ਮਹੀਨੇ ਹੋਣਾ ਉਸ ਪੇਸ਼ੈਂਟ ਦੇ ਕਰਨਾ ਜਿਹਨੇ ਬਚਣਾ ਤਾਂ ਹੈ ਨਹੀਂ, ਘਰ ਡੁੱਬ ਜਾਊਗਾ। ਸਿਰਫ ਅਸੀਂ ਉਹਦੀ ਉਮਰ ਲੰਮੀ ਕਰ ਰਹੇ ਹਾਂ। ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਅਸੀਂ ਪਹਿਲਾਂ ਏਰੀਆ ਘਟਾਇਆ। ਹੁਣ ਅੱਜ ਮੈਂ ਕਹਿ ਸਕਦਾ ਕਿ ਹਰ 25 ਕਿਲੋਮੀਟਰ ਦੇ ਬਾਹਰ ਸਾਡੇ ਯੂਨਿਟ ਲੱਗੇ ਹੋਏ ਨੇ ਪੰਜਾਬ ਦੇ ਵਿੱਚ। ਪੰਜਾਬ ਦੇ 110 ਯੂਨਿਟ ਸਾਡੇ ਪੰਜਾਬ 'ਚ ਲੱਗੇ ਨੇ, ਜਿਨ੍ਹਾਂ 'ਚੋਂ ਸਾਡੇ 23 ਸਰਕਾਰੀ ਹਸਪੀਟਲ, ਸਿਵਲ ਹਸਪੀਟਲ ਨੇ ਜੀ। ਇੱਕ ਸਾਡਾ ਰਜਿੰਦਰਾ ਹਸਪੀਟਲ 4 ਯੂਨਿਟ ਲੱਗੇ ਨੇ, PGI ਸਾਡੇ ਯੂਨਿਟ ਲੱਗੇ ਹੋਏ ਨੇ। ਸੋ ਇਹ ਸਾਰੇ ਕਰਕੇ ਬਾਕੀ ਸਾਡੇ ਪ੍ਰਾਈਵੇਟ ਜਿਹੜੇ ਹਸਪੀਟਲ ਹੈ ਉਹਨਾਂ 'ਚ ਜਿਸਲੇ ਆਪਾਂ ਇਹ ਖਤਮ ਕੀਤਾ, ਫਿਰ ਅਸੀਂ ਪ੍ਰਾਈਜ਼ ਨੂੰ ਘੱਟ ਕੀਤਾ। ਜਿੱਥੇ ਪ੍ਰਾਈਜ਼ 3-3.5 ਹਜ਼ਾਰ ਸੀ, ਅੱਜ ਸਾਡਾ ਜਰਾ ਕੁਛ ਤੇ ਫਰੀ ਹੋ ਰਹੇ ਨੇ। ਜਿੱਦਾਂ ਵਿਡੋ ਪੈਨਸ਼ਨ ਸਕੀਮ ਦੀ ਗੱਲ ਕੀਤੀ ਮੈਂ, ਹੁਣ ਕਿਸੇ ਵਿਡੋ ਨੂੰ ਅਗਰ ਡਾਇਲਿਸਿਸ ਕਰਾਉਣਾ ਹੋਏ ਤਾਂ ਕਿੱਥੋਂ ਕਰਾਏਗੀ? ਇਸ ਕਰਕੇ ਫਾਰਮ ਭਰੇ ਜਾਂਦਾ ਡਿਸਟ੍ਰਿਕਟ ਵਾਈਜ਼ ਤੇ ਉਹ ਜਿਹੜਾ ਫਰੀ ਹੋ ਜਾਂਦਾ ਉਹਦਾ। ਅਦਰਵਾਈਜ਼ ਵੀ 300, 350, 400 ਰੁਪਏ 'ਚ ਡਾਇਲਿਸਿਸ ਇਸ ਲਈ ਅਸੀਂ ਕਰ ਰਹੇ ਹਾਂ। 3.5-4 ਹਜ਼ਾਰ ਰੁਪਏ ਦੇ ਵਿੱਚ ਜਿਹੜਾ ਮਹੀਨਾ ਪੂਰਾ ਉਹਦਾ ਪੂਰਾ ਡਾਇਲਿਸਿਸ ਜਿਹੜੇ ਹੋ ਜਾਂਦੇ ਨੇ। ਸੋ ਇਹ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਪਿੱਛੇ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਅਸੀਂ 1 ਲੱਖ ਜਿਹੜੀ ਡਾਇਲਾਈਜ਼ਰ ਕਿੱਟ ਹੈ, ਜਿਹਦੀ ਕੀਮਤ 1200 ਤੋਂ ਲੈ ਕੇ 1500 ਰੁਪਏ, ਉਹ ਪੇਸ਼ੈਂਟ ਨੂੰ ਲੈਣੀ ਪੈਂਦੀ ਹੈ। 3 ਵਾਰੀ ਡਾਇਲਿਸਿਸ ਹੁੰਦਾ ਉਹਦੇ ਨਾਲ, ਉਹ ਅਸੀਂ ਬਿਲਕੁਲ ਫਰੀ ਕਰ ਦਿੱਤੀ। ਕੋਈ ਵੀ ਪੇਸ਼ੈਂਟ ਜਿਹੜਾ ਡਾਇਲਿਸਿਸ ਕਰਾ ਰਿਹਾ, ਚਾਹੇ ਸਾਡਾ ਪੇਸ਼ੈਂਟ ਹੈ, ਸਾਡੇ ਮਸ਼ੀਨਾਂ 'ਤੇ ਕਰਾ ਰਿਹਾ ਜਾਂ ਬਾਹਰ ਕਰਾ ਰਿਹਾ, ਸਿਰਫ ਸਾਡੇ ਡਿਸਟ੍ਰਿਕਟ ਆਫਿਸ ਦੇ ਵਿੱਚ ਆ ਕੇ ਉਹਨਾਂ ਨੂੰ ਦੱਸਦੇ ਕਿ ਮੈਂ ਉਹ ਕਰਾ ਰਿਹਾ ਡਾਇਲਿਸਿਸ, ਮੇਰੇ ਕੋਲ ਕਿੱਟ ਨਹੀਂ ਹੈਗੀ, ਸਾਈਨ ਕਰੇ ਔਰ ਕਿੱਟ ਫਰੀ ਲੈ ਜਾਵੇ। ਸੋ ਦੇਖੋ ਜੀ, ਗੱਲ ਅਸੀਂ ਗੱਲਾਂ ਕੰਟੀਨਿਊ ਕਰਨੀਆਂ ਨੇ ਕਿ ਇੱਕ ਗੱਲ ਮੈਂ ਆਖਣੀ ਚਾਹੁੰਦਾ ਹਾਂ ਕਿ ਜਦੋਂ ਅਸੀਂ ਸਟੂਡੀਓ 'ਚ ਬੈਠਦੇ ਹਾਂ ਤਾਂ ਹਰ ਪ੍ਰੋਗਰਾਮ ਦਾ ਨਾ ਇੱਕ ਟਾਈਮ ਹੁੰਦਾ ਹੈ, ਲਾਈਕ ਕਿੰਨੀ ਡਿਸਕਸ਼ਨ ਕਰਨੀ ਹੈ। ਪ੍ਰੋਗਰਾਮ ਦਾ ਆਗਾਜ਼ ਕਰਨਾ ਸੀ, ਮੈਨੂੰ ਆਖਿਆ ਅਬਰਾਜ ਸਾਹਿਬ ਆਖਦੇ ਨੇ ਕਿ ਕਿੰਨੀ ਕੁ ਦੇਰ, ਮੈਂ ਕਹਿੰਦੀ 25 ਮਿੰਟ 30 ਮਿੰਟ, ਕਹਿੰਦੇ ਜਿੰਨੀਆਂ ਗੱਲਾਂ ਹੈਗੀਆਂ ਲੱਗਦਾ ਹੈ ਕਿ ਟਾਈਮ ਜ਼ਿਆਦਾ ਲੱਗ ਜਾਣਾ। ਮੈਂ ਕਿਹਾ ਕੋਈ ਗੱਲ ਨਹੀਂ। ਤੋ ਵਿੱਕੀ ਹੋਰੀ, ਬਿਕਰਮਜੀਤ ਹੋਰੀ ਵੀ ਸਟੂਡੀਓ 'ਚ ਬੈਠੇ ਹੋਏ ਨੇ, ਕਹਿੰਦੇ ਬਾਜੀ ਤੁਸੀਂ ਟਾਈਮ ਦੀ ਪਰਵਾਹ ਨਾ ਕਰੋ। ਅਤੇ ਉਹ ਹੁਣ ਮੈਂ ਵੀ ਦੇਖ ਰਿਹਾ ਕਿ ਮੈਨੂੰ ਲੱਗਦਾ ਪ੍ਰੋਗਰਾਮ ਕਰੀਬ ਪੌਣੇ ਘੰਟੇ ਦੇ ਕੋਲ ਹੋ ਚੱਲਿਆ ਹੈ। ਗੱਲਾਂ ਹੋਰ ਬੜੀਆਂ ਕਰਨ ਵਾਲੀਆਂ ਨੇ ਅਤੇ ਅਸੀਂ ਇਹ ਵੀ ਇੰਕਸ਼ਾਫ ਕੀਤਾ, ਇਹ ਗੱਲ ਮੈਂ ਹੀ ਬਿਆਨ ਕੀਤੀ ਹੈ ਕਿ ਤੁਹਾਡੀ ਊਰਜਾ ਦੀ, ਐਨਰਜੀ ਦੀ ਕੋਈ ਸੀਮਾ ਨਹੀਂ ਹੈ। ਸੋ ਅਸੀਂ ਤੁਹਾਡੀ ਇਜਾਜ਼ਤ ਦੇ ਨਾਲ ਆਪਣੇ ਆਪ ਨੂੰ ਖੁੱਲ੍ਹ ਦੇ ਰਹੇ ਹਾਂ ਕਿ ਅਸੀਂ ਵੀ ਅੱਜ ਸਮੇਂ ਦੀ ਕੋਈ ਸੀਮਾ ਨਹੀਂ ਰੱਖ ਰਹੇ। ਗੱਲਬਾਤ ਅੱਗੇ ਤੋਰਨੀ ਹੈ। ਤੁਸੀਂ ਗੱਲ ਕਰ ਰਹੇ ਸੀ ਡਾਇਲਿਸਿਸ ਮਸ਼ੀਨ ਜੀ ਜੀ, ਅਤੇ ਥੋੜ੍ਹਾ ਮੈਨੂੰ ਇਹ ਸੀ ਕਿ ਵਿਸ਼ਵਾਸ ਵਿੱਚ ਦਰਸ਼ਕਾਂ ਨੂੰ ਵੀ ਲੈ ਲਿਆ ਜਾਵੇ। ਬਹੁਤ ਜ਼ਰੂਰੀ ਹੈ ਜੀ, ਗੱਲਬਾਤ ਕਰਨੀ ਜ਼ਰੂਰੀ ਹੈ ਕਿ ਔਰ ਨਾਲ ਦੇ ਡਾਇਲਿਸਿਸ ਮਸ਼ੀਨਸ ਕੁਝ ਗੱਲ ਜੇ ਮਿੱਥ ਹੋ ਰਿਹਾ ਜੀ ਉਹ ਦੱਸਣੀ ਹੈ। ਔਰ ਤੁਸੀਂ ਇੱਕ ਨਵਾਂ ਹੋਰ ਇੱਕ ਤੰਤਰ ਜਿਹੜਾ ਹੈ ਉਹ ਖੜਾ ਕਰ ਰਹੇ ਹੋ, ਇਸਟੈਬਲਿਸ਼ ਕਰ ਰਹੇ ਹੋ ਲੈਬਸ ਦਾ, ਉਹ ਬੜਾ ਇੰਪੋਰਟੈਂਟ ਪਹਿਲੂ ਹੈ। ਬਿਲਕੁਲ, ਮੈਂ ਉੱਥੇ ਵੀ ਆਉਂਦਾ ਰਮਨ ਜੀ। ਜਿਹੜੀਆਂ ਸਾਡੀਆਂ ਡਾਇਲਿਸਿਸ ਯੂਨਿਟਸ ਅਸੀਂ ਲਾਏ ਨਾ ਜੀ, ਸਭ ਤੋਂ ਪਹਿਲਾਂ ਪੰਜਾਬ ਕਵਰ ਕੀਤਾ। ਮੇਰੇ ਕੋਈ ਵੀ ਤੁਸੀਂ ਕੰਮ ਦੇਖੋਗੇ ਨਾ, ਸਭ ਤੋਂ ਪਹਿਲਾਂ ਅਸੀਂ ਪੰਜਾਬ ਕਵਰ ਕਰਦੇ ਹਾਂ। ਪੰਜਾਬ ਕਵਰ ਕਰਨ ਦੇ ਨਾਲ ਨਾਲ ਫਿਰ ਹਰਿਆਣਾ, ਹਿਮਾਚਲ, ਰਾਜਸਥਾਨ, ਇਹ ਸਾਰੀਆਂ ਸਟੇਟਾਂ ਕਵਰ ਕਰਦੇ ਹਾਂ। ਇਸੇ ਤਰ੍ਹਾਂ ਅਸੀਂ ਟੋਟਲ ਹੁਣ ਤੱਕ 192 ਯੂਨਿਟ ਲਾ ਚੁੱਕੇ ਹਾਂ, ਜਿਨ੍ਹਾਂ 'ਚੋਂ 108 ਕੇ 9 ਯੂਨਿਟ ਜਿਹੜੇ ਪੰਜਾਬ 'ਚ ਲੱਗੇ ਹੋਏ ਨੇ। ਬਾਕੀ ਯੂਨਿਟ ਸਾਡੇ ਹਿਮਾਚਲ, ਸਾਡੇ ਕੋਲ 12 ਯੂਨਿਟ ਹਿਮਾਚਲ 'ਚ ਲੱਗੇ ਹੋਏ ਨੇ ਜੀ। ਹਰਿਆਣੇ 'ਚ 18 ਯੂਨਿਟ ਲੱਗੇ ਹੋਏ ਨੇ। ਉਸ ਤੋਂ ਬਾਅਦ ਫਿਰ ਅਸੀਂ ਗਵਾਲੀਅਰ ਚਲੇ ਗਏ, ਕੋਚੀਨ ਚਲੇ ਗਏ, ਮਹਾਰਾਸ਼ਟਰ, ਗੁਜਰਾਤ ਹੋ ਗਿਆ, ਰਾਜਸਥਾਨ ਹੋ ਗਿਆ। ਸੋ ਇਸ ਏਰੀਆ ਵਿੱਚ ਸਾਡੇ ਜਿਹੜੇ ਇਹ ਯੂਨਿਟ ਸਾਰੇ ਉੱਥੇ ਲੱਗੇ ਹੋਏ ਨੇ, ਸਾਰੇ ਚੱਲ ਰਹੇ ਨੇ ਠੀਕ। ਇਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਜ਼ਰੂਰਤ ਸੀ ਉਹ ਮੈਂ ਸਮਝੀ ਸੀ ਕਿ ਲੋਕੀ ਟੈਸਟ ਨਹੀਂ ਕਰਾਉਂਦੇ। ਇੱਕਦਮ ਜਿੱਦਾਂ ਨਾ ਜੀ ਨਿਊਜ਼ ਆ ਜਾਂਦੀ ਕਿ ਬੰਦੇ ਦੀ ਕਿਡਨੀ ਫੇਲ, ਇਹਨੂੰ ਜੀ ਕੈਂਸਰ ਹੈ, ਲੰਗਸ ਕੈਂਸਰ ਹੈ, ਲਾਸਟ ਸਟੇਜ ਦੇ ਉੱਤੇ ਹੈ, ਇਹਨੂੰ ਹਾਰਟ ਅਟੈਕ ਹੋ ਗਿਆ। ਰੀਜ਼ਨ ਇਹ ਹੈ ਕਿ ਬੰਦੇ ਟੈਸਟ ਨਹੀਂ ਕਰਾਉਂਦੇ। ਟੈਸਟ ਇੰਨੇ ਮਹਿੰਗੇ ਹੋ ਚੁੱਕੇ ਹੈ, ਲੋਕੀ ਫਿਰ ਇਹ ਵੀ ਸੋਚਦੇ ਆ ਕਿ ਜੇ ਟੈਸਟ ਕਰਾ ਲਿਆ ਆਪਾਂ, ਇਲਾਜ ਕਰਵਾਉਣਾ ਪਊ, ਅਗਰ ਸਾਨੂੰ ਬਿਮਾਰੀ ਕੋਈ ਇਹੋ ਜਿਹੀ ਨਿਕਲ ਗਈ ਤਾਂ ਅਸੀਂ ਇਲਾਜ ਨਹੀਂ ਕਰਾ ਪਾਉਣਾ।
ਉਹ ਤਾਂ ਕੁਦਰਤੀ ਗੱਲ ਹੈ। ਦੇਖੋ ਹੁਣ ਮੈਂ ਹੀ ਆਪਣੇ ਤੇ ਗੱਲ ਲੈਂਦਾ ਕਿ ਅਗਰ ਮੈਨੂੰ ਬਲੱਡ ਕੈਂਸਰ ਹੈ ਜਾਂ ਕੁਛ ਹੈ, ਮੈਨੂੰ ਮੈਂ ਟੈਸਟ ਨਹੀਂ ਕਰਾ ਰਿਹਾ, ਮੈਨੂੰ ਪਤਾ ਨਹੀਂਗਾ, ਫੈਲਦਾ ਚਲਾ ਸ਼ਾਇਦ ਮੈਂ ਸਾਲ ਕੱਟ ਜਾਵਾਂ, 2 ਸਾਲ ਕੱਟ ਜਾਵਾਂ, ਲੇਕਿਨ ਜਿੱਦਣ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਆਹ ਬਿਮਾਰੀ ਹੈ ਸੀਰੀਅਸ, ਫਿਰ ਮੈਂ ਹਫ਼ਤਾ ਵੀ ਨਹੀਂ ਕੱਟਣਾ, ਇਲਾਜ ਮੈਂ ਕਰਾ ਨਹੀਂ ਸਕਣਾ, ਤੇ ਮੈਂ ਇਸੇ ਗਮ 'ਚ ਹੀ ਮਰ ਜਾਣਾ ਕਿ ਯਾਰ ਮੈਨੂੰ ਤਾਂ ਬਲੱਡ ਕੈਂਸਰ ਹੈ। ਸੋ ਇਸ ਕਰਕੇ ਲੋਕੀ ਟੈਸਟ ਨਹੀਂ ਸੀ ਕਰਾਉਂਦੇ। ਅਸੀਂ ਫਿਰ ਲੈਬੋਰਟਰੀ ਸ਼ੁਰੂ ਕੀਤੀਆਂ, ਪਹਿਲਾਂ 1 ਲੈਬੋਰਟਰੀ ਖੋਲ੍ਹੀ, ਫਿਰ 2 ਖੋਲ੍ਹੀ, ਫਿਰ 3 4 ਕਰਦੇ ਅੱਜ ਸਾਡੀਆਂ 17 ਲੈਬੋਰਟਰੀ ਸਾਡੀਆਂ ਆਲਰੇਡੀ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ। ਤੇ ਇਸ ਤੋਂ ਇਲਾਵਾ ਹੁਣ ਸਾਡੀਆਂ ਜਿਹੜੀਆਂ 13 ਲੈਬੋਰਟਰੀਆਂ ਸਾਡੀਆਂ ਤਕਰੀਬਨ ਫਰਵਰੀ ਮਹੀਨੇ ਦੇ ਵਿੱਚ ਵੇਚਣੀਆਂ, ਇਹ ਸਾਡੀਆਂ ਹੋਰ ਜਿਹੜੀਆਂ ਆਲਰੇਡੀ ਮਸ਼ੀਨਰੀ ਆ ਚੁੱਕੀ ਹੈ, ਸਿਰਫ ਅਸੀਂ ਸਟਾਰਟ ਕਰਨੀਆਂ ਨੇ, ਇਹ ਵੀ ਸਟਾਰਟ ਹੋ ਜਾਣਗੀਆਂ। ਟੈਸਟ ਵੀ ਸਸਤੇ ਹੋਣੇ ਨਾ, ਤੇ 10 ਸਾਡੀਆਂ ਹੋਰ ਜਿਹੜੀਆਂ ਉਹ ਆ ਰਹੀਆਂ ਨੇ। ਮੈਂ ਹੁਣ ਪਟਨਾ ਸਾਹਿਬ ਗਿਆ ਸੀ ਗੁਰੂ ਗੋਬਿੰਦ ਸਿੰਘ ਦੇ ਬਰਥਡੇ ਤੇ, ਉੱਥੇ ਵੀ ਅਸੀਂ ਅਨਾਉਂਸ ਕਰ ਰਹੇ ਹਾਂ, ਉੱਥੇ ਵੀ ਸਾਡੀ ਲੈਬੋਰਟਰੀ ਖੁੱਲ੍ਹ ਰਹੀ ਹੈ। ਸੋ ਟੈਸਟ ਅਗਰ ਅਸੀਂ ਪ੍ਰਾਈਸ ਦੀ ਗੱਲ ਕਰੀਏ ਤੇ ਜਿੱਦਾਂ ਹੁਣ ECG ਹੈ ਇਕੱਲੀ ਇੱਕ ਸਿੰਪਲ ECG ਕਰਾਉਣੀ ਹੋਵੇ ਤੇ 150 ਪੌਣੇ 200 ਰੁਪਏ ਮਾਰਕੀਟ 'ਚ ਲੱਗਦਾ ਹੈ। ਸਾਡੇ ਕਿਸੇ ਵੀ ਲੈਬ ਚਲੇ ਜਾਓ ਤੁਹਾਨੂੰ ਸਿਰਫ 20 ਰੁਪਏ ਦੇਣੇ ਪੈਣਗੇ, 20 ਰੁਪਏ ਤੁਹਾਡੀ ECG ਹੋ ਜਾਏਗੀ, 20 ਰੁਪਏ ਸਾਰੇ ਬਸ। ਫ੍ਰੀ ਨਹੀਂ ਕਰਨੀ ਚਾਹੀਦੀ ਕੋਈ ਵੀ ਚੀਜ਼, ਨਾ ਤਾਂ ਮੈਂ ਐਜੂਕੇਸ਼ਨ ਫ੍ਰੀ ਕਰਦਾ, ਨਾ ਮੈਂ ਇਹ ਫ੍ਰੀ ਕਰਦਾ, ਟੋਕਨ ਰੱਖਿਆ ਹੋਇਆ, ਕੁਛ ਨਾ ਅਹਿਸਾਸ ਦਿੰਦਾ ਰਹੇ, ਇੱਕ ਅਹਿਸਾਸ ਰਹਿੰਦਾ। ਕਿਉਂਕਿ ਜੇ ਅਸੀਂ 10,000 ਕਿਤੇ ਖਰਚਦੇ ਆ ਨਾ ਜੀ, ਉਸ ਬੰਦੇ ਦਾ ਅਗਰ ਅਸੀਂ 500 ਰੁਪਇਆ ਪਵਾਇਆ ਤਾਂ ਉਹਨੂੰ 500 ਰੁਪਏ ਦਾ ਦਰਦ ਜ਼ਿਆਦਾ ਹੋਏਗਾ, 9,500 ਦਾ ਇੰਨਾ ਨਹੀਂ ਹੋਊਗਾ। ਉਹ ਨਾ ਮਾਰਨਾ ਉਹਨਾਂ ਹੋਵੇਗਾ, ਹਾਂ ਉਹ ਬਹੁਤ ਜ਼ਰੂਰੀ ਹੈ, ਤਾਂ ਉਹ ਅਸੀਂ ਕਰਦੇ ਹਾਂ। ਅਤੇ ਜਿਹੜੇ ਟੈਸਟ ਸਾਡੇ ਮੇਨ ਟੈਸਟ ਹੈਗੇ ਨੇ ਸਾਡੇ 10-12 ਟੈਸਟ ਹੈ ਜਿਨ੍ਹਾਂ ਦਾ ਇੱਕ ਪੈਕੇਜ ਬਣਿਆ ਹੋਇਆ। ਅਗਰ ਉਹ ਬਾਜ਼ਾਰ ਲੈਣ ਜਾਓ ਤਾਂ ਤੁਹਾਨੂੰ 3200 ਤੋਂ ਲੈ ਕੇ 3500 ਰੁਪਏ ਜਿਹੜੇ ਟੈਸਟ ਹੈ ਉਹ ਹੋ ਜਾਂਦੇ ਨੇ। ਸੇਮ ਪੈਕੇਜ ਜਿਹੜਾ ਸਾਡੇ ਹੈ, ਸਾਡੀਆਂ ਬਿਲਕੁਲ ਦੇਖੋ ਜਿਹੜੀ ਸਾਡੇ ਇਕਵਿਪਮੈਂਟ ਸਾਡਾ ਬਹੁਤ ਵਧੀਆ, ਸਾਰਾ ਟੈਕਨੀਸ਼ੀਅਨ ਸਾਡੇ ਸਾਰੇ ਵੈਲ ਕੁਆਲੀਫਾਈਡ ਨੇ, ਅੱਛੀ ਸੈਲਰੀ ਅਸੀਂ ਦੇ ਰਹੇ ਉਹਨਾਂ ਨੂੰ। ਸਰ ਉਹ ਟੈਸਟ ਸਾਡਾ ਸਾਰਾ 320 ਰੁਪਏ 'ਚ ਹੈ। ਸੋ ਜਿੰਨੀ ਕੋਸ਼ਿਸ਼ ਸਾਡੀ ਹੈ ਕਿ ਅਸੀਂ 8 ਜਾਂ 10% ਦੇ ਕੰਮ ਕਰ ਰਹੇ ਹਾਂ। ਸੋ ਇਹ ਲੈਬੋਰਟਰੀ ਹੈ ਕਿ ਜਿਹੜਾ ਤੁਸੀਂ ਬਾਕੀ ਕੰਮ ਮਦਦ ਕਰਦੇ ਆ ਰਹੇ ਹੋ ਕਿ ਕਿਤੇ ਨਾਲ ਲੋਕਾਂ ਦੇ ਵਿੱਚ ਚੇਤਨਤਾ, ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਪਹਿਲੋਂ ਜਾਗਰੂਕਤਾ ਪੈਦਾ ਕਰਨੀ, ਫਿਰ ਉਹਨਾਂ ਦੀ ਰਿਕੁਆਇਰਮੈਂਟ ਪੂਰਾ ਕਰਨੀ ਕਿ ਮਰਜ਼ ਨੂੰ ਕਿਤੇ ਪਹਿਲੋਂ ਫੜ ਲਿਆ ਜਾਵੇ, ਵੱਡੀ ਮੁਸ਼ਕਲ ਨਾ ਆਵੇ। ਭਾਈ ਜਾਓ ਟੈਸਟ ਕਰਵਾ ਲਓ, ਸਸਤਾ ਹੈ। ਤੇ ਸਾਡੀ ਜਿਹੜੀ ਟਰਸਟ ਦੇ ਵੱਲੋਂ ਜਿਹੜੀਆਂ ਸਰਬੱਤ ਦਾ ਭਲਾ ਟਰਸਟ ਵੱਲੋਂ ਜਿਹੜੀਆਂ ਥਾਂ ਜਿਹੜੀ ਤੁਸੀਂ ਦੱਸਿਆ ਕਿੰਨੀਆਂ ਲੱਗ ਗਈਆਂ, ਕਿੰਨੀਆਂ ਲੱਗਣ ਜਾ ਰਹੀਆਂ, ਉਹਦਾ ਉਹ ਵੀ ਪੂਰਾ ਜਾਲ ਸਾਡੀਆਂ 50 ਲੈਬੋਰਟਰੀ ਸਾਡੀਆਂ ਜਿਹੜੀਆਂ ਸਾਰੀਆਂ ਇਹ ਸਾਡੀਆਂ ਹੋ ਜਾਣਗੀਆਂ ਅਗਲੇ 3 ਮਹੀਨਿਆਂ ਦੇ ਵਿੱਚ ਇਹ ਕਰ ਦਾਂਗੇ। ਦੂਸਰਾ ਸਾਡੀ ਇੱਕ ਡਾਕਟਰਾਂ ਦੀ ਟੀਮ ਹੈਗੀ ਜਿਹੜੀ ਆਪਣੇ ਦਫ਼ਤਰ 'ਚ ਬਹਿੰਦੀ, ਸਾਡੇ ਹੈੱਡ ਆਫਿਸ ਪਟਿਆਲਾ ਬਹਿੰਦੇ ਆ, ਉੱਥੇ ਸਾਡੇ ਲਾਈਨ ਲੱਗੀ ਹੁੰਦੀ ਹੈ, OPD ਉੱਥੇ ਹੁੰਦੀ ਹੈ। ਹੁਣ ਤੱਕ ਤਕਰੀਬਨ 4-4.5 ਹਜ਼ਾਰ ਇਹੋ ਜਿਹੇ ਪੇਸ਼ੈਂਟ ਹੈ, ਚਾਹੇ ਉਹ ਕੈਂਸਰ ਦੇ ਪੇਸ਼ੈਂਟ ਨੇ, ਚਾਹੇ ਡਾਇਲਸਿਸ ਦੇ, ਜਿਨ੍ਹਾਂ ਨੂੰ ਮੈਡੀਸਨ ਕੀ ਹੈ ਕਿ 500 ਰੁਪਏ ਦੀ, 1000 ਦੀ, 2000 ਰੁਪਏ ਦੀ ਜਿਹੜੀ ਮੈਡੀਸਨ ਹਰ ਮਹੀਨੇ ਲੈਣੀ ਪੈਂਦੀ ਹੈ, ਨਹੀਂ ਲਿਜਾਣ ਜੋਗੇ। ਉਹ ਟਰਸਟ ਉਹਨਾਂ ਦੀ ਫਿਰ ਪੈਨਸ਼ਨ ਲਾਈ ਹੋਈ ਹੈ, ਉਹ ਇਹ ਮੈਡੀਕਲ ਪੈਨਸ਼ਨ ਵੱਖਰੀ ਲੱਗੀ ਹੋਈ ਹੈ ਜਿਹੜੀ ਕਿ ਅਸੀਂ ਉਹਨਾਂ ਨੂੰ ਦਵਾਈਆਂ ਦਿੰਦੇ ਹਾਂ। ਸੋ ਕੋਸ਼ਿਸ਼ ਸਾਡੀ ਹੁੰਦੀ ਕਿ ਕੋਈ ਵੀ ਲੋੜਵੰਦ ਹੈ ਅਸੀਂ ਉੱਥੇ ਪਹੁੰਚ ਸਕੀਏ। ਹੁਣ ਸਾਡੇ ਨਵੇਂ 2-3 ਪ੍ਰੋਜੈਕਟ ਜਿਹੜੇ ਆ ਰਹੇ ਨੇ ਜਿਨ੍ਹਾਂ 'ਚ ਤੁਸੀਂ ਗੱਲ ਕੀਤੀ ਸੀ ਕਿ 2010 ਤੋਂ ਪਹਿਲਾਂ ਮੈਂ ਕੀ ਕਰਦਾ ਸੀ, ਉਹ ਆਫ ਕੋਰਸ ਬਿਜ਼ਨਸ ਕਰਦਾ ਸੀ, ਲੇਕਿਨ 2007 ਔਰ 8 ਦੇ ਵਿੱਚ ਮੈਂ ਇੱਕ ਪਟਿਆਲੇ ਕੋਈ ਜਾਓ ਅਤੇ ਉੱਥੇ ਇੱਕ ਨਵਜੀਵਨੀ ਸਕੂਲ ਬਣਿਆ ਫॉर ਸਪੈਸ਼ਲ ਚਿਲਡਰਨ, ਜਿੱਥੇ MR ਬੱਚਿਆਂ ਦਾ ਸਕੂਲ ਹੈ, ਸਕੂਲ ਐਂਡ ਹੋਸਟਲ ਹੈ, ਟਾਵਰ ਬਣੇ ਆ ਉੱਥੇ। ਉਸ ਟਾਈਮ ਦੇ ਉੱਤੇ 10-11 ਕਰੋੜ ਰੁਪਏ ਲਾ ਕੇ ਇਹ ਸਕੂਲ ਬਣਾਇਆ ਗਿਆ ਸੀਗਾ। ਹੁਣ ਉੱਦਾਂ ਦੇ ਸਾਡੇ 8 ਸਕੂਲ ਹੋਰ ਆ ਰਹੇ ਹੈ ਜਿਨ੍ਹਾਂ ਵਿੱਚ ਸਾਡਾ ਹਰਿਆਣਾ ਹਿਸਾਰ ਸਾਈਡ ਦੇ ਹੈ, ਕੁਰੂਕਸ਼ੇਤਰ ਸਾਈਡ ਹੈ, ਹਿਮਾਚਲ ਸਾਡਾ ਨਾਲਾਗੜ੍ਹ ਹੈ, ਇੱਧਰ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਹੈ, ਫਾਜ਼ਿਲਕਾ ਅਬੋਹਰ ਸਾਈਡ ਹੈ, ਪਟਿਆਲਾ ਹੈ। ਇਸ ਪਾਸੇ ਸਾਡੇ 8 ਅਸੀਂ ਜ਼ਮੀਨਾਂ ਲਈਆਂ ਹੋਈਆਂ ਨੇ ਆਲਰੇਡੀ। ਉੱਥੇ ਸਾਰੇ ਜਿਹੜੇ ਸਿਰਫ ਸਪੈਸ਼ਲ ਨੀਡ ਦੇ ਬੱਚਿਆਂ ਵਾਸਤੇ ਇਹ ਸਕੂਲ ਆ ਰਹੇ ਹੈ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਪਿੱਛੇ ਹੁਣ ਮੀਟਿੰਗ ਸੀ, ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਹੈ, ਕਿਉਂਕਿ ਮੈਂ ਇੱਕ ਯੂਨੀਵਰਸਿਟੀ ਲਿਆਉਣੀ ਚਾਹੁੰਦਾ ਸੀ ਇੱਥੇ। ਠੀਕ ਹੈ। ਇਹ ਜਿੰਨੇ ਰਮਨ ਜੀ ਮੈਂ ਦੱਸਣਾ ਚਾਹਾਂਗਾ ਕਿ ਸਪੈਸ਼ਲ ਨੀਡਸ ਦੇ ਬੱਚਿਆਂ ਦੀ ਇੰਡੀਆ ਵਿੱਚ ਕੋਈ ਯੂਨੀਵਰਸਿਟੀ ਨਹੀਂ ਹੈ। ਸਪੈਸ਼ਲ ਨੀਡ ਤੋਂ ਮਤਲਬ ਹੈ ਜੀ ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਦਿਵਿਆਂਗ ਆਖ ਲੈਂਦੇ ਹਾਂ। ਇਹ ਸਾਡੇ ਦੇਸ਼ ਦੇ ਕੌਮ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਵਿਕਲਾਂਗ ਹੈ ਉਹਨਾਂ ਨੂੰ ਇਹ ਲਫ਼ਜ਼ ਜਿਹੜਾ ਹੈ ਦਿੱਤਾ ਸੀ, ਉਹਦੇ 'ਚ ਰਿਸਪੈਕਟ ਵੀ ਹੈ। ਜਿਨ੍ਹਾਂ ਦੀਆਂ ਸਪੈਸ਼ਲ ਨੀਡਸ ਦੀ ਗੱਲ ਕਰਦੇ ਵੀ ਜਿਨ੍ਹਾਂ ਦੀਆਂ ਖਾਸ ਜ਼ਰੂਰੀਆਤ ਨੇ, ਜਿਹੜੇ ਇਹਨਾਂ ਦੇ ਕਿਸੇ ਪਾਸਿਓਂ ਕੁਦਰਤ ਵੱਲੋਂ ਜਿਨ੍ਹਾਂ ਦੇ ਜਿਸਮ ਦੇ ਵਿੱਚ ਕਸਰ ਰਹਿ ਗਈ ਹੈ, ਉਹਨਾਂ ਦੀ ਗੱਲ ਕਰਦੇ। ਬਿਲਕੁਲ ਇਹਨਾਂ 'ਚ MR ਬੱਚੇ ਵੀ ਆ ਜਾਂਦੇ ਨੇ। ਇਹਨਾਂ ਨੂੰ ਲੈ ਕੇ ਇਹਨਾਂ ਲੋਕਾਂ ਦੀ ਜ਼ਰੂਰਤ ਵਾਸਤੇ ਇੱਕ ਬਿਲਕੁਲ ਯੂਨੀਵਰਸਿਟੀ ਅਸੀਂ ਇੱਕ ਲੈ ਰਹੇ ਜਿਹਦੇ 'ਚ MR ਬੱਚੇ ਨੇ, ਡੈਫ ਐਂਡ ਡੰਮ ਹੈ, ਬਲਾਈਂਡ ਬੱਚੇ ਆ ਗਏ, ਹੈਂਡੀਕੈਪਟ ਆ ਗਏ, ਪਲੱਸ ਸਾਡੇ ਔਟਿਜ਼ਮ ਦੇ ਸਾਡੇ ਜਿਹੜੇ 6-7 ਹੈਗੇ ਨੇ ਉਹ ਵੀ ਵਿੱਚ ਆ ਗਏ, ਜੋ ਸਲੋ ਨੇ ਜਿਹੜੇ। ਯੈਸ ਬਿਲਕੁਲ। ਉਹ ਸਾਰੇ ਇਹ ਸਾਰੀਆਂ ਜਿਹੜੀਆਂ ਨਾ ਇਕੱਠੀਆਂ ਕੈਟਾਗਰੀਆਂ 12-13 ਕੈਟਾਗਰੀਆਂ ਬਣ ਜਾਂਦੀਆਂ ਨੇ। ਸੋ ਇਹਨਾਂ ਨੂੰ ਲੈ ਕੇ ਇੱਕ ਯੂਨੀਵਰਸਿਟੀ ਬਣ ਰਹੀ ਹੈ ਜਿਹੜੀ ਪੰਜਾਬ ਗੌਰਮੈਂਟ ਨਾਲ ਅਸੀਂ ਗੱਲਬਾਤ ਕੀਤੀ ਸੀ। ਉਹਨਾਂ ਨੇ ਅਪਰੂਵਲ ਦੇ ਦਿੱਤੀ ਹੋਈ ਵਰਬਲੀ, ਉਹਨਾਂ ਨੇ ਈਵਨ ਉਹਨਾਂ ਨੇ ਨਾਮ ਹੀ ਦੱਸ ਦਿੱਤਾ ਵੀ ਤੁਸੀਂ ਕੀ ਨਾਮ ਰੱਖਣਾ ਚਾਹੁੰਦੇ ਹੋ ਅਤੇ ਇਹ ਨਾਮ ਰੱਖ ਲਓ। ਆਫ ਕੋਰਸ ਉਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਆਏਗਾ, ਪੰਜਾਬ ਯੂਨੀਵਰਸਿਟੀ ਫॉर ਸਪੈਸ਼ਲ
ਚਿਲਡਰਨ ਤੇ ਇਹ ਬਹੁਤ ਜਲਦੀ ਸਾਡਾ ਜਿਹੜਾ ਪ੍ਰੋਜੈਕਟ ਹੈ। ਅੱਛਾ, ਹੁਣ ਗੱਲ ਇਹ ਹੈ ਕਿ ਵਾਕਈ ਹੀ ਪ੍ਰੋਗਰਾਮ ਨੂੰ ਨਾ ਸਮੇਟਣ ਦਾ ਸਮਾਂ ਆ ਗਿਆ ਹੈ ਔਰ ਅੱਧੇ ਘੰਟੇ ਦੀ ਡਿਸਕਸ਼ਨ ਘੰਟੇ ਤੱਕ ਇਹਦਾ ਪਸਾਰ ਹੋ ਰਿਹਾ ਹੈ ਤੇ ਉਸ ਤੋਂ ਪਹਿਲਾਂ ਤਾਂ ਮੁਕਾਉਣੀ ਹੈ। ਹੁਣ ਤੁਸੀਂ ਜਿਹੜਾ ਬੜਾ ਅਹਿਮ ਪਹਿਲੂ ਸੀ ਉਹਦੇ ਬਾਰੇ ਤੁਸੀਂ ਸੰਖੇਪ ਦੇ ਵਿੱਚ ਸਾਰਾ ਕੁਝ ਬਿਆਨ ਕਰ ਦਿਓ। ਕੋਵਿਡ ਦੇ ਦੌਰਾਨ ਜਿਸ ਤਰ੍ਹਾਂ ਅਸੀਂ ਵਿੱਚ ਗੱਲ ਕੀਤੀ ਸੀ, ਉਹ ਗੱਲ ਉਧਰ ਨੇ ਤੁਰੀ ਗੱਲ ਕਿਸੇ ਹੋਰ ਪਾਸੇ ਚੁੱਲ ਗਏ ਸੀ, ਗੱਲ ਕੀਤੀ ਵੀ ਚਾਰਟਰਡ ਪਲੇਨਸ ਕੀਤੇ ਦੁਬਈ ਤੋਂ ਕਿੰਨੇ ਲੋਕ ਫਸੇ ਸੀ ਲੈ ਕੇ ਆਉਂਦੇ। ਹੁਣ ਤੁਸੀਂ ਆਪ ਸੰਖੇਪ ਦੇ ਵਿੱਚ ਬਿਆਨ ਕਰੋ ਕਿੰਨੇ ਕੰਮ ਕੀਤੇ ਆ। ਜਦੋਂ ਜੀ ਤੁਹਾਨੂੰ ਯਾਦ ਹੋਗਾ ਕਿੰਨਾ ਖੌਫ ਸੀ, ਕਿੰਨੀ ਦਹਿਸ਼ਤ ਸੀ ਔਰ ਸਰਕਾਰੀ ਸਹੂਲੀਅਤ ਨਹੀਂ ਸੀ। ਸਾਰੇ ਮੁਲਕ ਦੇ ਵਿੱਚ 2-3 ਲੈਬਸ ਆਈਆਂ ਸੀ ਜਦੋਂ ਇਨੀਸ਼ੀਅਲ ਟੈਸਟਿੰਗ ਸੀ, ਕਿਸ ਤਰ੍ਹਾਂ ਪੀਪੀ ਕਿੱਟਾਂ ਦੀ ਗੱਲ ਚੱਲਦੀ ਸੀ, ਕਿਸ ਤਰ੍ਹਾਂ ਸੀ ਉਹ ਜਿਵੇਂ ਕੋਈ ਚੰਦਰਮਾ 'ਤੇ ਜਾ ਰਿਹਾ ਹੈ ਤਾਂ ਉਸ ਤਰ੍ਹਾਂ ਦੇ ਪਹਿਨਾਵੇ ਦੇ ਵਿੱਚ ਡਾਕਟਰ ਨੂੰ ਪਹਿਲੀ ਵਾਰ ਵੇਖਣਾ ਸ਼ੁਰੂ ਕੀਤਾ। ਇਹ ਸਾਰਾ ਕੁਝ ਜੋ ਤੁਸੀਂ ਉਸ ਮਾਰਚ ਮਹੀਨੇ ਤੋਂ ਲੈ ਕੇ ਜੋ ਤੁਸੀਂ PGI ਹੋਰਨਾਂ ਹਸਪਤਾਲਾਂ ਦੇ ਵਿੱਚ ਥਾਂ 'ਤੇ ਕਿਸ ਤਰ੍ਹਾਂ ਸੈਨੀਟਾਈਜ਼ਰਸ, PP ਕਿਟਸ, ਹੋਰ ਸਮਾਨ, ਇਹ ਜੋ ਕੁਝ ਕੀਤਾ ਹੈ ਥੋੜ੍ਹਾ ਜਿਹਾ ਇਹਨੂੰ ਹੁਣ ਤੁਸੀਂ ਬਿਆਨ ਕਰ ਦਿਓ। ਅਸੀਂ ਪ੍ਰੋਗਰਾਮ ਵੀ ਸਮੇਟਾਂਗੇ, ਇੱਕ ਅੱਧੀ ਗੱਲ ਹੋਰ ਵੀ ਕਰਨੀ ਹੈ। ਦੇਖੋ, ਸਰਵੇ ਦੇ ਪੱਲੇ ਵੱਲੋਂ ਨਾ ਜੀ ਮੈਂ ਮਾਰਚ ਵਿੱਚ ਆਇਆ ਸੀਗਾ ਦੁਬਈ ਤੋਂ। 18 ਨੂੰ ਮੈਂ ਵਾਪਸ ਜਾਣਾ ਸੀ ਲੇਕਿਨ ਨਹੀਂ ਗਿਆ। ਮੈਨੂੰ ਪਤਾ ਸੀ ਕਿ ਇਹਨੇ ਲੋਕਡਾਊਨ ਲੱਗ ਰਿਹਾ, ਕਰਫਿਊ ਲੱਗ ਰਿਹਾ, ਸਭ ਕੁਝ ਹੋਇਆ ਕਿ ਅੱਜ ਲੋੜ ਪੈਣੀ। ਕਿਉਂਕਿ ਜਿੰਨੇ ਹੌਸਪੀਟਲ ਦੀ ਮੈਂ ਗੱਲ ਕੀਤੀ ਤੁਹਾਨੂੰ ਨਾ ਜੀ, ਕੋਈ ਵੀ ਸਰਕਾਰੀ ਹੌਸਪੀਟਲ ਮੇਰੇ ਤੋਂ ਲੁਕਿਆ ਨਹੀਂ ਹੋਇਆ। ਮੈਨੂੰ ਪਤਾ ਕਿ ਉਹਦੇ ਅੰਦਰ ਕੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਸਾਰੀਆਂ ਮਸ਼ੀਨਾਂ, ਚਾਹੇ ਉਹ ਸੈੱਲ ਕਾਊਂਟਰ ਨੇ, ਚਾਹੇ ਸਾਡੇ ਕੋਲ ECG ਮਸ਼ੀਨਾਂ ਨੇ, ਚਾਹੇ ਮਤਲਬ ਕਿ ECR ਹੋ ਗਏ, ਸਾਰੀਆਂ ਮਸ਼ੀਨਾਂ ਅਸੀਂ ਆਲਰੇਡੀ ਸਪਲਾਈ ਕੀਤੀਆਂ ਹੋਈਆਂ ਸੀ ਉਹਨਾਂ ਨੂੰ। ਹੁਣ ਲੋੜ ਪੈਣੀ ਸੀ ਵੈਂਟੀਲੇਟਰ ਦੀ। ਮੈਂ ਫਿਰ ਫਟਾਫਟ ਮੈਂ ਆਰਡਰ ਦਿੱਤਾ ਜੀ, 20 ਵੈਂਟੀਲੇਟਰ ਦਾ ਆਰਡਰ ਦਿੱਤਾ ਮਾਰਚ ਵਿੱਚ ਹੀ ਦਿੱਤਾ ਸੀ ਮੈਂ। ਸਰਕਾਰ ਨੇ ਆਰਡਰ ਬਾਅਦ 'ਚ ਦਿੱਤੇ ਆ, ਬਹੁਤ ਬਾਅਦ 'ਚ ਆ ਕੇ 2-3 ਮਹੀਨੇ ਬਾਅਦ। ਲੇਕਿਨ ਮੇਰੀ ਜਿਹੜੀ ਸੀ ਸਪਲਾਈ ਆ ਗਈ ਸੀ ਮਾਰਚ ਐਂਡ ਵਿੱਚ। ਅਪ੍ਰੈਲ ਵਿੱਚ ਮੈਂ ਸਪਲਾਈ ਕਰ ਦਿੱਤਾ ਸੀ। ਦੇਖੋ ਅੱਜ ਅਸੀਂ ਜਲੰਧਰ ਬੈਠੇ ਆ, ਜਿਹੜਾ ਪਹਿਲਾ ਪ੍ਰੋਟੈਸਟ ਹੋਇਆ ਸੀ ਜਲੰਧਰ ਹੀ ਹੋਇਆ ਸੀ ਸਿਵਲ ਹਸਪੀਟਲ ਦਾ, ਜਦੋਂ ਉਹਨਾਂ ਨੇ ਡਾਕਟਰਾਂ ਨੇ ਬਾਹਰ ਆ ਕੇ ਕਹਿ ਦਿੱਤਾ ਸੀ ਕਿ ਅੰਦਰ ਕੋਵਿਡ ਦਾ ਪੇਸ਼ੈਂਟ ਬੈਠਾ, ਆਪਾਂ ਨਹੀਂ ਜਾਣਾ, ਅਸੀਂ ਨਹੀਂ ਜਾਣਾ ਕਿਉਂਕਿ ਸਾਡੇ ਕੋਲ ਸਾਡੀ ਆਪਣੀ ਪ੍ਰੋਟੈਕਸ਼ਨ ਕਿੱਟ ਨਹੀਂ ਹੈਗੀ, ਸਾਡੇ ਕੋਲ PP ਕਿੱਟਾਂ ਨਹੀਂ ਹੈਗੀਆਂ ਉਹਨਾਂ ਕੋਲ, ਅਸੀਂ ਨਹੀਂ ਜਾਵਾਂਗੇ। ਉਸੇ ਵੇਲੇ ਮੇਰੇ ਕੋਲ ਆਲਰੇਡੀ ਮਾਲ ਆ ਚੁੱਕਾ ਸੀ। ਅਸੀਂ ਫਿਰ ਅਮਰਜੋਤ ਨੂੰ ਕਿਹਾ, ਇੱਥੇ DC ਸਾਹਿਬ ਨੂੰ ਕਹਿ ਕੇ, ਤੇ ਨਾਲ ਦੀ ਨਾਲ 1000 PP ਕਿੱਟ ਤੇ 1000 N95 ਮਾਸਕ, ਥਰਮਾਮੀਟਰ ਹੋ ਗਏ, ਤੁਹਾਡੇ ਦੂਸਰੇ ਮਾਸਕ ਹੋ ਗਏ, ਸਰਜੀਕਲ ਮਾਸਕ ਹੋ ਗਏ, ਇਸ ਜਿੰਨਾ ਸਮਾਨ ਸੀ ਇਹ ਸਾਰਾ ਅਸੀਂ ਇੱਥੇ ਪਹਿਲਾਂ ਸਪਲਾਈ ਕੀਤਾ ਬਿਗਨਿੰਗ ਵਿੱਚ। ਉਸ ਤਰ੍ਹਾਂ ਫਿਰ ਅਗਾਂਹ ਉੱਥੋਂ ਫਿਰ ਸਭ ਤੋਂ ਪਹਿਲਾਂ ਜਿਹੜੇ ਅਸੀਂ PGI ਨੇ ਮੈਨੂੰ ਕੰਟੈਕਟ ਕੀਤਾ। ਸੋ PGI ਨੂੰ ਆਪਾਂ ਇਹ ਸੇਮ ਜਿਹੜਾ ਦਿੱਤਾ, ਉਹਨਾਂ ਨੂੰ ਵੀ ਸਾਰਾ ਸਮਾਨ ਜਿਹੜਾ ਸੀ 6-7 ਆਈਟਮਾਂ ਬਣਦੀਆਂ ਨੇ ਜੀ, ਇਹ ਸਾਰੀਆਂ ਅਸੀਂ ਪਹਿਲਾਂ PGI ਦਿੱਤੀਆਂ। ਫਿਰ ਅਸੀਂ ਮੈਡੀਕਲ ਕਾਲਜ ਰਜਿੰਦਰਾ ਹਸਪੀਟਲ ਹੋ ਗਿਆ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਹੋ ਗਿਆ, ਗੁਰੂ ਨਾਨਕ ਕਾਲਜ ਅੰਮ੍ਰਿਤਸਰ ਹੋ ਗਿਆ, ਜਾਂ ਜੰਮੂ ਮੈਡੀਕਲ ਕਾਲਜ ਹੋ ਗਿਆ। ਸੋ ਇਹ 5 ਮੈਡੀਕਲ ਕਾਲਜ ਅਸੀਂ ਕਵਰ ਕੀਤੇ। ਇੱਥੇ ਜੋ ਵੀ ਸਾਨੂੰ ਇਕਵਿਪਮੈਂਟ ਦੇਣਾ ਸੀ ਇਕਵਿਪਮੈਂਟ ਦਿੱਤਾ। ਇਸ ਤੋਂ ਇਲਾਵਾ ਜੋ ਸਾਡੀਆਂ ਹੋਰ ਫੈਸਿਲਿਟੀਜ਼ ਦੇਣੀਆਂ ਸੀਗੀਆਂ ਉਹ ਦੇਣੀ ਸ਼ੁਰੂ ਕੀਤੀਆਂ। ਜਿਸ ਲਈ ਇਹ ਖਤਮ ਹੋ ਗਿਆ, ਫਿਰ ਸਾਡੇ ਕੋਲ ਸਿਵਲ ਹਸਪੀਟਲ ਸਾਰੇ ਆ ਗਏ। ਫਿਰ ਪੰਜਾਬ ਦੇ ਸਾਰੇ ਸਿਵਲ ਹਸਪੀਟਲ ਇਹ ਅਸੀਂ ਸਾਰੇ ਕਵਰ ਕੀਤੇ। ਈਵਨ ਜੰਮੂ ਕਸ਼ਮੀਰ ਦੇ ਜਿਹੜੇ ਸੀਗੇ 5 ਸਿਵਲ ਹਸਪੀਟਲ ਅਸੀਂ ਉਹ ਵੀ ਕਸ਼ਮੀਰ ਦੇ ਉਹ ਵੀ ਮੈਂ ਕਵਰ ਕੀਤੇ, ਸਮਾਨ ਦਿੱਤਾ। ਜਿੱਥੇ ਇਹ ਕਵਰ ਹੋ ਗਏ ਫਿਰ ਸਾਡੇ ਕੋਲ ਰਹਿ ਗਿਆ ਪੁਲਿਸ ਪ੍ਰਸ਼ਾਸਨ, ਕਿਉਂਕਿ ਇਸ ਜਿਹੜਾ COVID-19 ਦੇ ਵਿੱਚ ਜਿਹੜਾ ਸੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਕੰਮ ਕੀਤਾ। ਇੱਥੋਂ ਤੱਕ ਹੋ ਗਿਆ ਸੀ ਕਿ ਜੇ ਅੰਮ੍ਰਿਤਸਰ ਦੇ ਵਿੱਚ ਜਾਂ ਇੱਥੇ ਲੁਧਿਆਣੇ ਵੀ ਹੋਇਆ ਕਿ ਕਿਸੇ ਡੈਥ ਵੀ ਹੋਈ ਹੈ ਤੇ ਫੈਮਿਲੀ ਨੇ ਨਾ ਕਰਤੀ ਸੀ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ। ਉਸ ਲਈ ਸੰਸਕਾਰ ਜਿਹੜਾ ਕਰਨ ਜਾਣਾ ਪਿਆ ਉਹ ਪੁਲਿਸ ਮੁਲਾਜ਼ਮਾਂ ਨੂੰ ਜਾਣਾ ਪਿਆ, ਕਿਟਸ ਪਾਉਣੀਆਂ ਸਾਰਾ, ਉਹ ਫਿਰ ਸਮਾਨ ਉਹਨਾਂ ਨੂੰ ਦਿੱਤਾ। ਫਿਰ ਲੋੜ ਪਈ ਕਿ ਜਿਸ ਵੇਲੇ ਡੈਥ ਰੇਟ ਵੱਧ ਗਿਆ ਸੀ, ਫਿਰ ਲੋੜ ਪਈ, ਫਿਰ ਸਾਰੇ ਡਿਸਟ੍ਰਿਕਟ ਦੇ ਜਿੰਨੇ DC ਸਾਹਿਬਾਨ ਨੇ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਵੀ ਸਾਨੂੰ ਜਿਹੜੀਆਂ ਹੁਣ ਤੁਸੀਂ ਸ਼ਵ ਵੈਨਾਂ ਦਿਓ। ਅਸੀਂ ਵੀ 12-13 ਸ਼ਵ ਵੈਨ ਜਿਹੜੀਆਂ ਤਿਆਰ ਕਰਾ ਕੇ ਉਹ ਵੈਨ ਵੀ ਅਸੀਂ ਵੱਖ-ਵੱਖ, ਚਾਹੇ ਤਰਨਤਾਰਨ ਹੈ, ਚਾਹੇ ਅੰਮ੍ਰਿਤਸਰ ਹੈ, ਚਾਹੇ ਹੁਸ਼ਿਆਰਪੁਰ ਹੈ, ਜਾਂ ਕਿਤੇ ਵੀ ਹੈ, ਇਹ ਸਾਰੀਆਂ ਇਹ ਵੈਨ ਸਾਰੀਆਂ ਦਿੱਤੀਆਂ ਅਸੀਂ। ਐਂਡਲੈਸ ਹੈ ਸਾਰਾ ਪ੍ਰੋਸੈਸ ਇਹ ਵਾਲਾ, ਕਿਉਂਕਿ ਮਾਰਚ ਤੋਂ ਲੈ ਕੇ ਜਾਂ ਲਗਾਤਾਰ ਜ਼ਰੂਰਤਾਂ ਚੱਲਦਾ ਰਿਹਾ ਜੀ। ਪ੍ਰੋਸੈਸ ਚੱਲਦਾ ਰਿਹਾ। ਉਹਨਾਂ ਦਿਨਾਂ 'ਚ ਕੀ ਸੀ ਰਮਨ ਜੀ, ਲੰਗਰ ਚੱਲ ਗਏ, ਰਾਸ਼ਨ ਚੱਲ ਗਏ, ਲੇਕਿਨ ਨਾ ਜੀ ਲੋਕਾਂ ਦੀ ਰੋਟੀ ਰੋਜ਼ੀ ਚੱਲ ਗਈ। ਮਾਰਚ ਅਪ੍ਰੈਲ ਵਿੱਚ ਅਸੀਂ ਕੋਈ ਲੰਗਰ ਨਹੀਂ ਲਗਾਏ ਕਿਉਂਕਿ ਹਰ ਬੰਦਾ ਭੱਜਿਆ ਸੀ ਕਿ ਅਸੀਂ ਲੰਗਰ ਲਗਾ ਦਈਏ। ਰੱਜਾਂ ਨੂੰ ਜਾ ਰਹੇ ਸੀ ਸਾਰੇ, ਜਿੱਥੇ ਦੇਖੋ ਲੰਗਰ ਪੱਕੇ ਹੋਏ ਆ ਰਹੇ ਨੇ, ਵੇਸਟੇਜ ਵੀ ਬੜੀ ਹੋਈ, ਉਹ ਸਾਰਾ ਚੱਲ ਰਿਹਾ ਸੀ। ਲੇਕਿਨ ਮੇਰੀ ਪਹਿਲ ਕੀ ਸੀ, ਮੈਂ ਆਪਣੀ ਸਾਰੀਆਂ ਟੀਮਾਂ ਨੂੰ ਇਹ ਕਿਹਾ ਸੀ ਕਿ ਨਹੀਂ, ਪਹਿਲਾਂ ਅਸੀਂ ਜਿਹੜਾ ਮੈਡੀਕਲ ਫੈਸਿਲਿਟੀਜ਼ ਦੇਣੀਆਂ, ਇਹਦੇ ਇਕਵਿਪਮੈਂਟਸ ਦੇਣੇ ਨੇ, ਇਹ ਕਿੱਟਾਂ ਦੇਣੀਆਂ ਨੇ, ਸੈਨੀਟਾਈਜ਼ਰਸ ਦੇਣੇ ਨੇ, ਆਪਾਂ ਇਹ ਸ਼ੁਰੂ ਕੀਤੇ ਦੇਣੇ। ਪੁਲਿਸ ਖਤਮ ਕੀਤਾ, ਫਿਰ ਇਹਨਾਂ ਨੂੰ ਫਿਰ ਸਾਨੂੰ ਅਪਰੋਚ ਕੀਤੀ BSF ਦੀਆਂ 46 ਚੌਂਕੀਆਂ ਨੇ ਜਿਹੜੀਆਂ ਬਾਰਡਰ 'ਤੇ। ਉੱਥੇ ਜਿਹੜੇ ਸਾਡੇ ਕਿਸਾਨ ਜਿਹੜੇ ਨਾ ਜੀ ਤਾਰੋਂ ਪਾਰ ਜਾਂਦੇ ਨੇ ਕਿਉਂਕਿ ਜ਼ਮੀਨ ਉਹਨਾਂ ਦੀ ਉੱਧਰ ਹੈ, ਉਹਦੇ ਨਾਲ BSF ਦੇ ਜਵਾਨ ਜਾਂਦੇ ਆ। ਸੋ 46 ਚੌਂਕੀਆਂ ਅਸੀਂ ਕਵਰ ਕੀਤੀਆਂ, ਉਹਨਾਂ ਨੂੰ ਵੀ ਸਾਰਾ ਸਮਾਨ ਦਿੱਤਾ ਇਹ। ਫਿਰ ਏਅਰਪੋਰਟ ਚਾਲੂ ਹੋਇਆ ਜਦੋਂ ਅੰਮ੍ਰਿਤਸਰ ਵਾਲਾ, ਇਹਨਾਂ ਨੇ ਸਾਨੂੰ ਅਪਰੋਚ ਕੀਤੀ, ਫਿਰ ਅਸੀਂ ਏਅਰਪੋਰਟ 'ਤੇ ਵੀ 4 ਵਾਰੀ ਜਿਹੜਾ ਸਮਾਨ ਸਾਰਾ ਦਿੱਤਾ ਕਿਉਂਕਿ ਉਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਸੀਗੀ। ਸੋ ਇਹ ਜਿੰਨਾ ਸਾਰਾ ਇਕਵਿਪਮੈਂਟ ਵਗੈਰਾ ਦੇਣ ਤੋਂ ਬਾਅਦ ਜਿਹੜਾ ਸੀ ਫਿਰ ਅਸੀਂ ਰਾਸ਼ਨ ਸਮੱਗਰੀ ਵਾਲੇ ਪਾਸੇ ਆਏ। ਹਾਂਜੀ,
ਸੰਖੇਪ ਦੇ ਵਿੱਚ ਹਾਂਜੀ। ਹਾਂ, ਫਿਰ ਰਾਸ਼ਨ ਸਮੱਗਰੀ ਵਾਲੇ ਲਿਖਵਾਏ। ਉਦੋਂ ਪਹਿਲਾ ਮਹੀਨਾ ਜਿਹੜਾ ਸੀ ਅਸੀਂ 25,000 ਫੈਮਿਲੀ ਕਵਰ ਕੀਤੀ, ਫਿਰ 35-36,000 ਹੋ ਗਈ, ਕਰਦਿਆਂ ਫਿਰ ਅਸੀਂ ਇਹ 6-7 ਮਹੀਨੇ ਜਿਹੜਾ ਸੀ ਰਾਸ਼ਨ ਅਸੀਂ, ਔਰ ਸਾਡੀ ਕਿੱਟ ਸੀਗੀ ਜੀ 21 ਕਿਲੋ ਦੀ ਕਿੱਟ ਸੀ। ਇਹ ਨਹੀਂ ਕਿ ਅਸੀਂ 2-4 ਕਿਲੋ ਰਾਸ਼ਨ ਦਿੱਤਾ ਤੇ ਨਾ ਨਹੀਂ ਕਰਾਇਆ। 21 ਕਿਲੋ ਕਿੱਟ ਦਾ ਮਤਲਬ ਕਿ 3-4 ਫੈਮਿਲੀ ਦੇ ਮੈਂਬਰ ਜਿਹੜੇ ਆ ਉਹਨਾਂ ਦਾ ਮਹੀਨੇ ਦਾ ਗੁਜ਼ਾਰਾ ਹੈ। 10 ਕਿਲੋ ਆਟਾ ਹੈ, 5 ਕਿਲੋ ਚਾਵਲ ਦੇ ਵਿੱਚ, ਮਤਲਬ ਪੂਰਾ ਸਮਾਨ ਸੀ। ਮਤਲਬ 3 ਕਿਲੋ ਖੰਡ ਹੋ ਗਈ, 2 ਕਿਲੋ ਦਾਲ ਹੋ ਗਈ, ਵੜੀਆਂ ਹੋ ਗਈਆਂ, ਚਾਹ ਪੱਤੀ ਅੱਧਾ ਕਿਲੋ ਹੋ ਗਈ। ਸੋ ਪੂਰਾ ਇੱਕ ਕਿੱਟ ਬਣਦੀ ਸੀ 21 ਕਿਲੋ ਦੀ। ਸੋ ਇਹ ਸਾਰੀਆਂ ਜਿਹੜੀਆਂ ਅਸੀਂ ਦਿੱਤੀਆਂ। ਇਹਦੀ ਡਿਸਟ੍ਰੀਬਿਊਸ਼ਨ ਜਿਹੜੀ ਸਾਡੀ ਹੈ 10 ਦਿਨਾਂ 'ਚ ਅਸੀਂ ਸਾਰਾ ਪੰਜਾਬ ਕਵਰ ਕਰ ਦਿੰਦੇ ਸੀ। ਇਸ ਤੋਂ ਪਹਿਲਾਂ ਕਿ ਅਸੀਂ ਇਕੱਠਾ ਮਾਲ ਮੰਗਾਉਣਾ 4-5 ਲੋਕਾਂ ਤੱਕ ਪਹੁੰਚ ਪਾਈ ਹੋਏਗੀ ਜੀ? ਤਕਰੀਬਨ ਸਾਡਾ ਜਿਹੜਾ ਆਖਰੀ ਮਹੀਨਾ ਸੀ ਉਹ 60,000 ਬੰਦਾ, 60,000 ਫੈਮਿਲੀ ਸੀਗੀ, ਉਹ ਸਾਰੀ ਕਵਰ ਕੀਤੀ। ਇਹ 'ਚ ਜਿਹੜੀ ਮੇਨ ਚੀਜ਼ ਦੱਸਣ ਵਾਲੀ ਆ ਉਹ ਸੀਗੇ ਸਾਡੇ ਪਾਠੀ ਸਿੰਘ, ਰਾਗੀ ਸਿੰਘ, ਸਾਡੇ ਉਹ ਵੀ 16-17 ਗ੍ਰੰਥੀ ਸਿੰਘ, ਇਹ 16,500 ਦੇ। ਸਭ ਤੋਂ ਪਹਿਲਾਂ ਜਿਹੜੇ ਸਾਨੂੰ ਅਪਰੋਚ ਸਾਰੇ ਕੰਮ ਬੰਦ ਹੋ ਗਏ, ਉਹਨਾਂ ਦੇ ਵੀ ਆਣਾ ਜਾਣਾ ਬੰਦ ਹੋ ਗਿਆ। ਦੇਖੋ ਜੀ, ਦੁਕਾਨਾਂ ਬੰਦ ਹੋ ਗਈਆਂ, ਬੱਸਾਂ ਦੇ ਡਰਾਈਵਰ ਹੋ ਗਏ, ਸਕੂਲਾਂ ਦੇ ਡਰਾਈਵਰਸ ਹੋ ਗਏ, ਛੋਟੇ ਬਿਜ਼ਨਸਮੈਨ ਹੋ ਗਏ, ਸਾਰੇ ਘਰਾਂ 'ਚ ਬਹਿ ਗਏ ਸੀ ਇਹ। ਸੋ ਇਹਨਾਂ ਨੂੰ ਦੇਖੋ ਹਰ ਕਿਸੇ ਨੂੰ ਲੋੜ ਸੀ, ਖਰਚੇ ਕਿਸੇ ਦੇ ਨਹੀਂ ਘਟੇ, ਬਿਜਲੀ ਦਾ ਬਿੱਲ ਕਿਸੇ ਨੇ ਮਾਫ ਨਹੀਂ। ਇਹ ਵੀ ਜਾਣਦੇ ਹਾਂ ਕਿ ਜਿਹੜੇ ਲੋਅਰ ਮਿਡਲ ਕਲਾਸ ਦੇ ਸੀ, ਜਿਹੜੇ ਮੋਟਰਸਾਈਕਲਾਂ ਛੋਟੀਆਂ ਕਾਰਾਂ ਵਾਲੇ ਵੀ ਸੀ, ਉਹਨਾਂ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤੁਹਾਡੇ ਤੱਕ ਪਹੁੰਚ ਪਾਈ, ਔਰ ਉਹਨਾਂ ਤੱਕ ਵੀ ਤੁਸੀਂ ਜਿਹੜਾ ਹੈ, ਕਿਉਂਕਿ ਸਾਰਿਆਂ ਦੀਆਂ ਕਿਸ਼ਤਾਂ ਲੱਗੀਆਂ ਹੋਈਆਂ, ਨੌਕਰੀਆਂ ਚਲੇ ਗਈਆਂ, ਸੋ ਗੱਲ ਮੇਰੇ ਗਰੀਬ ਲੋਕ ਨਹੀਂ ਸਨ। ਬਿਲਕੁਲ ਸਾਰਿਆਂ ਨੇ ਆਏ। ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਦੁੱਖ ਵੀ ਬੜਾ ਹੋਇਆ ਇਸ ਗੱਲ ਦਾ ਕਿ ਜਿਹੜੇ ਸਾਡੇ ਗੁਰੂ ਘਰ ਦੇ ਵਜ਼ੀਰ ਜਿਹੜੇ ਨਾ ਜੀ ਪਾਠੀ ਸਿੰਘ, ਜਿਨ੍ਹਾਂ ਨੇ ਸਿਰਫ ਪਾਠ ਦੀ ਰੋਲ ਲਾਣੀ ਹੈ ਤੇ ਉਹਨਾਂ ਦਾ ਘਰ ਦਾ ਖਰਚਾ ਚੱਲਣਾ, ਪਾਠ ਬੰਦ ਹੋ ਗਏ, ਉਹਨਾਂ ਨੂੰ ਕਿਤੋਂ ਸਪੋਰਟ ਨਹੀਂ ਮਿਲੀ, ਉਹਨਾਂ ਨੂੰ ਸੈਲਰੀਜ਼ ਨਹੀਂ ਮਿਲੀ, ਉਹਨਾਂ ਨੂੰ ਸਪੋਰਟ ਨਹੀਂ ਮਿਲੀ। ਉਹਨਾਂ ਨੇ ਜਿਸ ਲਈ ਅਪਰੋਚ ਕੀਤਾ, ਹੁਣ ਮੰਗ ਵੀ ਨਹੀਂ ਸਕਦੇ ਉਹ। ਤੇ ਅੰਮ੍ਰਿਤਸਰ ਤੋਂ ਪਹਿਲਾਂ ਸਭ ਤੋਂ ਪਹਿਲਾਂ 55 ਪਾਠੀ ਸੀ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤੀ ਸੀ। ਜਦੋਂ ਉਹਨਾਂ ਨੂੰ ਰਾਸ਼ਨ ਘਰ ਦੇ ਕੇ ਆਏ, ਫਿਰ ਮੈਂ ਅਨਾਉਂਸ ਕਰਤਾ ਜੀ, ਮੈਂ ਕਿਹਾ ਵੀ ਕਿਤੇ ਵੀ ਤੁਹਾਡਾ ਪੰਜਾਬ, ਹਰਿਆਣਾ, ਹਿਮਾਚਲ, ਜਿੱਥੇ ਵੀ ਕੋਈ ਰਾਗੀ ਸਿੰਘ, ਪਾਠੀ ਸਿੰਘ, ਗ੍ਰੰਥੀ ਸਿੰਘ ਹੈ, ਸਾਡੇ ਆਫਿਸ ਤੁਸੀਂ ਕੰਟੈਕਟ ਕਰੋ, ਆਖਰ ਦੇ ਵਿੱਚ ਤੁਹਾਡੇ ਘਰ ਰਾਸ਼ਨ ਪਹੁੰਚੇਗਾ। ਆਖਰ 'ਚ ਦੱਸੋ, ਇੱਕ ਥੋੜੀ ਜਿਹੀ ਗੱਲ ਤੋਂ ਗੱਲ ਮੁਕਾ ਲੈਂਦੇ ਹਾਂ। ਆਖਰ 'ਚ ਦੱਸੋ, ਹੁਣ ਵਿਸਥਾਰ 'ਚ ਹੋਰ ਨਹੀਂ ਜਾਵਾਂਗੇ, ਸਮਾਂ ਬਿਲਕੁਲ ਮੁੱਕ ਚੱਲਿਆ ਹੈ। ਸਕੂਨ ਹੈ? ਮੈਨੂੰ ਤਾਂ ਬਹੁਤ ਸਕੂਨ ਹੈ ਜੀ, ਬਿਲਕੁਲ ਸਕੂਨ ਹੈ। ਸਾਰਾ ਕੁਝ ਕਰ ਲਾਈਫ 'ਚ ਦੇਖੋ, ਲਾਈਫ 'ਚ ਬੜਾ ਸਟਰਗਲ ਕੀਤਾ, ਸਭ ਕੁਝ ਕੀਤਾ। ਅੱਜ ਵੀ ਜੇ ਮੇਰੀ ਤੁਸੀਂ ਨੀਂਦ ਦੇਖੋ ਤਾਂ ਸਿਰਫ 4 ਘੰਟੇ ਆ। 4 ਘੰਟੇ ਸੌਂਦਾ ਮੈਂ ਤੇ 16-17 ਘੰਟੇ ਕੰਮ ਕਰਦਾ, ਕੋਈ ਥਕਾਵਟ ਨਹੀਂ ਹੈ। ਔਰ ਇਸ ਗੱਲ ਦੀ ਮੈਨੂੰ ਇਹ ਵੀ ਖੁਸ਼ੀ ਹੈ ਕਿ ਮੇਰੀ ਜਿਹੜੀ ਟੀਮਾਂ ਬੜੀਆਂ ਅੱਛੀਆਂ ਨੇ ਸਾਰੀਆਂ। ਹੁਣ ਤੁਸੀਂ ਇਹ ਦੱਸੋ ਵੀ ਇੰਨੇ ਚੈੱਕ ਕੱਟ ਹੁੰਦੇ ਨੇ, ਇੰਨਾ ਕੰਮ ਹੈ ਸਾਰਾ, ਇੰਨਾ ਪੈਸਾ ਖਰਚ ਹੋ ਰਿਹਾ, ਹੁਣ ਇਕੱਲਾ ਮੈਂ ਤਾਂ ਕਰ ਨਹੀਂ ਸਕਦਾ। ਇਸ ਲਈ ਮੇਰਾ ਸਿਸਟਮ ਇੰਨਾ ਸ਼ਾਨਦਾਰ ਬਣਿਆ, ਮੈਂ ਸਭ ਕੁਝ ਡਿਵਾਈਡ ਕਰਤਾ ਹੋਇਆ। ਮੈਂ ਹਰ ਡਿਸਟ੍ਰਿਕਟ ਵਿੱਚ ਉਹਨਾਂ ਦੇ ਆਪਣੇ ਅਕਾਊਂਟ ਹੈ ਜੀ, ਆਪਣੇ ਚੈੱਕ ਆਪ ਕੱਢਦੇ ਨੇ, ਚਾਹੇ ਕਿਸੇ ਚੀਜ਼ ਦਾ ਚੈੱਕ ਹੈਗਾ, ਅਸੀਂ ਫੁੱਲ ਪਾਵਰਾਂ ਦਿੱਤੀਆਂ ਹੋਈਆਂ ਵੀ ਆਹ ਤੁਹਾਡੀ ਲਿਮਿਟੇਸ਼ਨ ਹੈ ਭਾਈ, ਇਹਦੇ ਵਿੱਚ ਆ ਕੇ ਤੁਸੀਂ ਡਿਮਾਂਡ ਹੈ, ਤਾਂ ਹੀ ਇਹ ਯਾਤਰਾ ਸਫਲ ਚੱਲਦੀ ਪਈ ਹੈ। ਔਰ ਗੱਲ ਮੁਕਾਣੀ ਹੈ ਜੀ, ਔਰ ਮੁਕਾਣ ਦੇ ਪਹਿਲੋਂ ਇੰਨਾ ਜ਼ਿਕਰ ਜ਼ਰੂਰ ਕਰਨਾ ਹੈ ਕਿ ਇਹਨਾਂ ਦੇ ਨਾਲ ਮੈਂ ਹੋਰ ਗੱਲ ਕਰਨ ਦੀ ਇਸ ਪਿੱਛੇ ਮੁਸ਼ਕਲ ਆ ਰਹੀ ਕਿ ਟਾਈਮ ਪੂਰਾ ਹੀ ਲੰਘ ਚੁੱਕਿਆ, 1 ਘੰਟਾ ਹੋ ਚੱਲਿਆ ਹੈ। ਲੇਕਿਨ ਜਾਂਦੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਕਿਸਾਨ ਅੰਦੋਲਨ ਜਿਸ ਨੇ ਦੇਸ਼ ਦੁਨੀਆ ਦੇ ਵਿੱਚ ਸ਼ੌਹਰਤ ਖੱਟੀ, ਨਾਂ ਬਣਾਇਆ, ਨਵੇਂ ਰਾਹਾਂ ਨੂੰ ਤਾਬੀਰ ਕੀਤਾ, ਔਰ ਜਿਸ ਦੇ ਵਿੱਚ ਇੱਕ ਬੜੀ ਦੁਖਦਾਈ ਤਬਦੀਲੀ ਜਿਹੜੀ ਹੈ ਉਹ 26 ਜਨਵਰੀ ਵਾਲੇ ਦਿਨ ਆ ਗਈ। ਇਸ ਅੰਦੋਲਨ ਦੇ ਦੌਰਾਨ ਆਪਨੇ ਜਿਸ ਤਰ੍ਹਾਂ ਅਸੀਂ ਕੋਵਿਡ ਦੇ ਦੌਰਾਨ ਵੱਡੇ ਕੰਮਾਂ ਦੀ ਪਹਿਲਾਂ ਨੂੰ ਗੱਲ ਕਰਦੇ ਪਏ ਹਾਂ, ਅਨੇਕ ਤਰ੍ਹਾਂ ਦੇ ਕੰਮ ਕੀਤੇ, ਜਿਹੜੀ ਮੈਂ ਜੀ ਲਿਸਟ ਵਿੱਚ ਜਾਵਾਂ ਤੇ ਇਹਨਾਂ ਨੂੰ ਪੁੱਛਾਂ ਉਹ ਇਸ ਵੇਲੇ ਹੋਰ ਮੇਰੇ ਕੋਲ ਸਮਾਂ ਨਹੀਂ ਬਚਦਾ, ਲੇਕਿਨ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਇਸ ਦਾ ਵੀ ਜ਼ਿਕਰ ਕਰਦਾ ਚਲਾ ਜਾਵਾਂ। ਉਸ ਅੰਦੋਲਨ ਨੇ ਕੋਈ ਹੋਰ ਮੋੜ ਲੈ ਲਿਆ ਹੈ, ਉਸ ਬਾਰੇ ਅਸੀਂ ਇਸ ਮੰਚ ਤੇ ਗੱਲ ਵੀ ਨਹੀਂ ਕਰਨੀ ਹੈ, ਲੇਕਿਨ ਇਸ ਅੰਦੋਲਨ ਦੇ ਦੌਰਾਨ ਵੀ ਇਹਨਾਂ ਦੀਆਂ ਹੋਣ ਜਦੋਂ ਸਾਰਾ ਕੁਝ ਉੱਤੇ ਹਾਦਸੇ ਵਾਪਰਦੇ 26 ਜਨਵਰੀ ਵਾਲੇ ਦਿਨ ਤੇ ਤਾਜ਼ਾ ਇਹਨਾਂ ਨੇ ਅਨੇਕ ਐਂਬੂਲੈਂਸਿਸ ਉੱਥੇ ਭੇਜੀਆਂ ਸੀ, ਜਿਹੜੇ ਲੋਕ ਕੁਝ ਜ਼ਖਮੀ ਵੀ ਹੋਏ ਤਾਂ ਉਹ ਕੰਮ ਵੀ ਆਈਆਂ। ਉਸ ਬਾਰੇ ਗੱਲ ਕਿਸੇ ਵੇਲੇ ਹੋਰ ਦੁਬਾਰਾ ਕੀਤੀ ਜਾ ਸਕਦੀ ਹੈ, ਉਸ ਅੰਦੋਲਨ ਬਾਰੇ ਗੱਲ ਦੁਬਾਰਾ ਕੀਤੀ ਜਾ ਸਕਦੀ ਹੈ। ਤੇ ਅਸੀਂ ਹੁਣ ਸ਼ੁਕਰੀਆ ਅਦਾ ਕਰਨਾ ਹੈ ਓਬਰਾਏ ਸਾਹਿਬ ਆਪ ਜੀ ਦਾ, ਔਰ ਤੁਸੀਂ ਆ ਗਏ, ਸੱਦਾ ਸਾਡਾ ਕਬੂਲ ਕਰ ਲਿਆ, ਔਰ ਅਸੀਂ 2 ਪ੍ਰੋਗਰਾਮ ਦੇ ਬਰਾਬਰ ਇੱਕ ਪ੍ਰੋਗਰਾਮ ਇੰਨਾ ਵੱਡਾ ਕਰ ਲਿਆ ਹੈ। ਔਰ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਹਨਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਹੋਏ ਹੋ ਔਰ ਜਾਣਿਆ ਹੈ ਕਿ ਪਰਉਪਕਾਰ ਕੀ ਹੁੰਦਾ ਹੈ, ਕਿਵੇਂ ਕੀਤਾ ਜਾਂਦਾ ਹੈ। ਔਰ ਮੈਨੂੰ ਇਹ ਵੀ ਹੈ ਕਿ ਕਾਫੀ ਲੋਕ ਜਿਹੜੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸ਼ੌਹਰਤ, ਪ੍ਰਸਿੱਧੀ ਹਾਸਿਲ ਕੀਤੀ ਹੈ ਔਰ ਪ੍ਰੋਸਪੈਰਿਟੀ, ਖੁਸ਼ਹਾਲੀ ਹਾਸਿਲ ਕੀਤੀ ਹੈ, ਉਹਨਾਂ ਦੀ ਨਜ਼ਰ ਵੀ ਇਹਨਾਂ ਰਾਹਾਂ ਤੇ ਪਏਗੀ ਜਿਨ੍ਹਾਂ ਰਾਹਾਂ ਨੂੰ ਓਬਰਾਏ ਸਾਹਿਬ ਨੇ ਤਾਬੀਰ ਕੀਤਾ ਹੈ। ਬਹੁਤ ਸ਼ੁਕਰੀਆ ਜੀ ਦਾ। ਥੈਂਕ ਯੂ ਜੀ।
For more updates, download Punjab One TV app free on Roku, Tikri TV, Google Play Store, iOS. Like, follow and share our Facebook page, YouTube channel भी subscribe कर सकते हो।